ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਵੈਸੇ ਤਾਂ ਚੋਣਾਂ ਦਾ ਮਾਹੌਲ ਹੈ, ਫੈਡਰਲ ਚੋਣਾਂ ਜਦੋਂ ਦੀਆਂ ਅਨਾਉਂਸ ਹੋ ਚੁੱਕੀਆਂ ਨੇ, ਤੁਸੀਂ ਸਾਰੇ ਵੀ ਜ਼ਾਹਿਰ ਜੀ ਗੱਲ ਹੈ ਕਾफ़ी ज़्यादा बिजी ਚੱਲ ਰਹੇ ਹੋਵੋਗੇ ਕਿਉਂਕਿ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਵੋਟ ਪਾਉਣ ਤੋਂ ਪਹਿਲਾਂ। ਖਾਸ ਕਰਕੇ ਇਸ ਸਮੇਂ ਦੇ ਵਿੱਚ ਜਦੋਂ ਕੋਵਿਡ ਆਇਆ ਤਾਂ ਕੋਵਿਡ ਨੇ ਬਹੁਤ ਸਾਰੇ ਇਦਾਂ ਦੇ ਮੁੱਦੇ ਖੜੇ ਕਰ ਦਿੱਤੇ ਜਿਸ ਨੂੰ ਲੈ ਕੇ ਬਹੁਤ ਜ਼ਰੂਰੀ ਹੋ ਗਿਆ ਕਿ ਸੋਚ ਵਿਚਾਰ ਕਰਕੇ ਜਿਹੜੀ ਹੈ ਇਸ ਵਾਰ ਜਿਹੜੀ ਉਹ ਵੋਟ ਭੁਗਤਾਉਣੀ ਪੈਣੀ ਹੈ। ਸੋ ਖੈਰ ਜਿਹੜਾ ਫੈਡਰਲ ਚੋਣਾਂ ਨੂੰ ਲੈ ਕੇ ਵੱਡੇ ਲੈਵਲ ਦੇ ਉੱਤੇ ਫੈਡਰਲ ਲੈਵਲ ਦੇ ਉੱਤੇ ਜਿਹੜੇ ਮੁੱਦੇ ਨੇ ਉਹ ਤਾਂ ਚੁੱਕੇ ਜਾ ਹੀ ਰਹੇ ਨੇ। ਸਾਰੀਆਂ ਪਾਰਟੀਆਂ ਆਪੋ ਆਪਣੇ ਲੈਵਲ ਦੇ ਉੱਤੇ ਵੱਡੇ ਵੱਡੇ ਪੱਧਰ ਤੇ ਦਾਅਵੇ ਵੀ ਕਰ ਰਹੇ ਨੇ, ਬਹੁਤ ਸਾਰੇ ਵਾਅਦੇ ਕੀਤੇ ਜਾ ਰਹੇ ਨੇ। ਅਜਿਹੇ ਦੇ ਵਿੱਚ ਸੂਬਿਆਂ ਦੇ ਵੱਲ ਸਪੈਸ਼ਲੀ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਪ੍ਰੋਵਿੰਸ ਟੂ ਪ੍ਰੋਵਿੰਸ ਜਿਹੜਾ ਹੈ ਕੀ ਚੱਲ ਰਿਹਾ ਹੈ। ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਵੈਕਸੀਨ ਪਾਸਪੋਰਟ ਜਿਸ ਤਰੀਕੇ ਨਾਲ BC ਦੇ ਵਿੱਚ ਲਾਗੂ ਹੋਣ ਵਾਲਾ, ਉਸ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇੰਨਾ ਕੁ ਜ਼ਿਆਦਾ ਜਿਹੜਾ ਉਸਦੀ ਕਹਿ ਸਕਦੇ ਹਾਂ ਵੀ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ। ਪ੍ਰੋਟੈਸਟ ਹੋ ਰਹੇ ਨੇ ਕਈ ਥਾਵਾਂ ਦੇ ਵਿੱਚ ਦੇਖੇ ਜਾ ਰਹੇ ਨੇ। ਕੈਨੇਡਾ ਦੇ ਵਿੱਚ BC ਦੇ ਵਿੱਚ ਕਈ ਹਸਪੀਟਲ ਵਾਲੇ ਬਹੁਤ ਪਰੇਸ਼ਾਨ ਹੋ ਰਹੇ ਨੇ ਇੱਦਾਂ ਦੇ ਪ੍ਰੋਟੈਸਟ ਤੋਂ। ਸੋ ਇਸ ਤਰ੍ਹਾਂ ਦੀ ਲੋਕਲ ਲੈਵਲ ਦੇ ਉੱਤੇ ਇਸ਼ੂ ਜਿਹੜੇ ਉਹ ਚੁੱਕਣੇ ਬਹੁਤ ਜ਼ਰੂਰੀ ਨੇ, ਜਿਹਦੇ ਲਈ ਸਾਨੂੰ ਲੋਕਲ ਲੈਵਲ ਦੇ ਉੱਤੇ ਜਿਹੜਾ ਸੂਬਾ ਸਰਕਾਰ ਦੇ ਕਈ MLAs ਜਿਹੜੇ ਸੀਗੇ ਉਹਨਾਂ ਦੇ ਨਾਲ ਸਾਨੂੰ ਰਾਬਤਾ ਕਾਇਮ ਕਰਨਾ ਪਿਆ ਵੀ ਤੁਸੀਂ ਸਾਡੇ ਸ਼ੋਅ ਦੇ ਵਿੱਚ ਬੈਠੋ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਬਣਦੀਆਂ ਨੇ। ਸੋ ਸਾਡੇ ਕੋਲ ਅੱਜ ਸ਼ੋਅ ਦੇ ਵਿੱਚ ਬੈਠੇ ਹੋਏ ਨੇ ਜਿਨੀ ਸਿਮਸ ਦੀ MLA ਜਿਹੜੇ ਨੇ ਸਰੀ ਪੈਨੋਰਾਮਾ ਤੋਂ, ਉਹ ਸਾਡੇ ਨਾਲ ਇੱਥੇ ਬੈਠੇ ਹੋਏ ਨੇ। ਉਹਨਾਂ ਦੇ ਨਾਲ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਕਿ ਲੋਕਲ ਲੈਵਲ ਦੇ ਉੱਤੇ ਆਖਿਰਕਾਰ ਕੀ ਕੁਝ ਚੱਲ ਰਿਹਾ ਔਰ ਜਿਹੜਾ ਇੰਨਾ ਘਮਾਸਾਨ ਮਚਿਆ ਪਿਆ ਸਪੈਸ਼ਲੀ ਜਿਸ ਤਰੀਕੇ ਨਾਲ ਵੈਕਸੀਨ ਪਾਸਪੋਰਟ ਦੀ ਜਿਹੜੀ ਉਹ ਵਿਰੋਧ ਹੋ ਰਿਹਾ ਹੈ। ਸਰੀ ਦੇ ਵਿੱਚ ਜਿਸ ਤਰੀਕੇ ਨਾਲ ਸਕੂਲ ਹੁਣ BC ਦੇ ਵਿੱਚ ਖੁੱਲ੍ਹਣ ਜਾ ਰਹੇ ਨੇ, ਸਕੂਲਾਂ ਦੀ ਹਾਲਤ ਕਿੱਦਾਂ ਦੀ ਹੈ, ਕੀ ਤਿਆਰੀ ਕੀਤੀ ਗਈ ਹੈ। ਕੋਵਿਡ ਕੇਸਿਸ ਬਹੁਤ ਜ਼ਿਆਦਾ ਵਧ ਰਹੇ ਨੇ। ਇਸ ਤੋਂ ਇਲਾਵਾ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਵੀ ਸਰੀ ਦੇ ਵਿੱਚ ਜਿਹੜਾ ਹੈ ਉਹ ਸਰੀ ਦੇ ਵਿੱਚ ਇੱਦਾਂ ਦਾ ਸਕੂਲ ਇੱਦਾਂ ਦਾ ਕਾਲਜ ਹੋਣਾ ਚਾਹੀਦਾ ਜਿੱਥੇ ਮੈਡੀਕਲ ਜਿਹੜੇ ਕੋਰਸ ਹੈ ਉਹ ਪ੍ਰੋਵਾਈਡ ਹੋਣ ਬੱਚਿਆਂ ਨੂੰ। ਸੋ ਇੱਦਾਂ ਦੇ ਲੋਕਲ ਲੈਵਲ ਦੇ ਉੱਤੇ ਇਸ਼ੂ ਹੈਗੇ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਔਰ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਕਹਿ ਦਾਂ ਕਿ ਜਿਹੜੇ ਕਾਲਰਸ ਜਿਹੜੇ ਕਾਲ ਕਰਨਾ ਚਾਹੁੰਦੇ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਨੇ ਤੇ ਨਾਲ ਦੀ ਨਾਲ ਤੁਹਾਡੀਆਂ ਕਾਲਸ ਜਿਹੜੀਆਂ ਨੇ ਉਹ ਅਸੀਂ ਅਟੈਂਡ ਕਰਾਂਗੇ ਔਰ ਤੁਸੀਂ ਆਪਣਾ ਸਵਾਲ ਜਿਹੜਾ ਹੈ ਉਹ ਜਿਨੀ ਸਿਮਸ ਜੀ ਨੂੰ ਪੁੱਛ ਸਕਦੇ ਹੋ। ਸੋ ਜਿਨੀ ਜੀ ਸਾਡੇ ਨਾਲ ਜੁੜੇ ਹੋਏ ਨੇ। ਜਿਨੀ ਸਿਮਸ ਜੀ, ਵੈਲਕਮ ਟੂ ਦ ਮਾਰਨਿੰਗ ਸ਼ੋ। ਥੈਂਕ ਯੂ ਜੀ ਜਿਨੀ ਜੀ, ਵੈਸੇ ਤਾਂ ਚਲੋ ਅੱਜ ਕੱਲ੍ਹ ਚੋਣਾਂ ਦੇ ਮਾਹੌਲ ਕਰਕੇ ਬੜਾ ਕੁਛ ਆਲੇ ਦੁਆਲੇ ਚੱਲ ਰਿਹਾ, ਫੈਡਰਲ ਇਲੈਕਸ਼ਨ ਜਦੋਂ ਦੇ ਅਨਾਉਂਸ ਹੋਏ ਨੇ, ਪਰ ਇਸ ਬਾਬਤ ਤੁਹਾਡੇ ਤੋਂ ਹੀ ਜਾਣਨਾ ਚਾਹਾਂਗੇ ਤੁਹਾਡੇ ਕੀ ਅੱਜ ਕੱਲ੍ਹ ਰੁਝਾਨ ਚੱਲ ਰਹੇ ਨੇ। ਸਪੈਸ਼ਲੀ ਜਿਨੀ ਸਿਮਸ ਨੂੰ ਅਸੀਂ ਇੰਤਜ਼ਾਰ ਕਰ ਰਹੇ ਸੀ ਵੀ ਸਾਡੇ ਨਾਲ ਬੈਠਣ, ਅਸੀਂ ਬਹੁਤ ਸਾਰੀਆਂ ਉਹਨਾਂ ਨਾਲ ਗੱਲਾਂ ਕਰਨੀਆਂ ਨੇ। ਅੱਜ ਕੱਲ ਇੱਕੋ ਹੀ ਗੱਲ ਆ ਜਿਹੜੀ ਸਾਰੇ ਲੋਕਾਂ ਦੇ ਮਨ ਦੇ ਵਿੱਚ ਹੈਗੀ ਆ, ਉਹ ਹੈਗਾ ਕੋਵਿਡ। ਹਾਂਜੀ, COVID-19 ਹੁਣ 18 ਮਹੀਨਿਆਂ ਤੋਂ ਉੱਪਰ ਹੋ ਗਏ ਆ। ਸਾਰੇ ਪਹਿਲਾਂ ਤਾਂ ਘਰਾਂ 'ਚ ਬੈਠੇ ਰਹੇ, ਘਰਾਂ 'ਚੋਂ ਕੰਮ ਵੀ ਕੀਤਾ, ਫਿਰ ਜਿੱਦਾਂ ਵੀ ਆਪਣੇ ਨੰਬਰ ਆਪਣੀ ਜਿਹੜੀ ਖਰਵ ਹੁੰਦੀ ਸੀ ਉਹਨੂੰ ਆਪਾਂ ਕੰਟਰੋਲ ਕਰ ਲਿਆ। ਫਿਰ ਸੈਕੰਡ ਵੇਵ ਆ ਗਈ, ਫਿਰ ਮੁੜ ਕੇ ਫਿਰ ਰੁਕਾਵਟਾਂ ਹੋਣੀਆਂ ਪਈਆਂ ਤੇ ਹੁਣ ਡੈਲਟਾ ਵਾਇਰੈਂਟ ਆ ਗਿਆ ਆ। ਆਪਾਂ ਨੂੰ ਪਤਾ ਵੀ ਡੈਲਟਾ ਵਾਇਰੈਂਟ ਦੂਸਰੇ ਵਾਇਰੈਂਟ ਨਾਲੋਂ ਜ਼ਿਆਦਾ, ਵੇਰੀਐਂਟ ਨਾਲੋਂ ਜ਼ਿਆਦਾ ਫੈਲ ਰਿਹਾ ਆ ਜੀ। ਤੇ ਇਸ ਕਰਕੇ ਸਾਰਿਆਂ ਦੇ ਮੋਹਰੇ ਇੱਕੋ ਹੀ ਬੇਨਤੀ ਮੇਰੀ ਤਾਂ ਰਹੀ ਆ, ਜਾ ਕੇ ਆਪਣਾ ਵੈਕਸੀਨੇਸ਼ਨ ਕਰਾਵੋ, ਮਾਸਕ ਪਹਿਨੋ ਜਦੋਂ ਤੁਸੀਂ ਅੰਦਰ ਜਾਂਦੇ ਆ ਪਬਲਿਕ ਪਲੇਸਿਸ ਦੇ ਵਿੱਚ, ਆਪਣੇ ਹੱਥ ਸੈਨੀਟਾਈਜ਼ ਕਰਕੇ ਰੱਖੋ ਤੇ ਬਿਗ ਗੈਦਰਿੰਗਸ ਅਵੋਇਡ ਕਰੋ ਇਨਸਾਈਡ। ਪਰ ਜੇ ਤੁਸੀਂ ਜਾਂਦੇ ਆ make sure you take all the precautions ਕਿਉਂਕਿ ਇਹ ਹੈਲਥ ਪੈਂਡੈਮਿਕ ਹੈਗੀ ਆ। ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਇਸ ਹੈਲਥ ਪੈਂਡੈਮਿਕ ਨੂੰ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਐਂਡ ਤੇ ਜਾ ਕੇ ਬਹੁਤ ਬਹੁਤ ਧੰਨਵਾਦ ਸਾਡੇ ਹੈਲਥ ਕੇਅਰ ਵਰਕਰਸ ਦਾ, ਜਿਨ੍ਹਾਂ ਨੇ ਜਦੋਂ ਅਸੀਂ ਸਾਰੇ ਅੰਦਰ ਬੈਠ ਗਏ ਸੀਗੇ ਉਹਨਾਂ ਨੇ ਆਪਣੀ ਜਾਨ ਖਤਰੇ ਤੇ ਪਾ ਕੇ ਹਸਪਤਾਲਾਂ 'ਚ ਕੰਮ ਕੀਤਾ, ਲੌਂਗ ਟਰਮ ਕੇਅਰ ਵਿੱਚ ਸਾਡੇ ਬਜ਼ੁਰਗਾਂ ਦੀ ਦੇਖਭਾਲ ਕੀਤੀ ਤੇ ਅੱਜ ਵੀ ਕਰ ਰਹੇ ਆ। ਉਹਨਾਂ ਦੀਆਂ ਜਦੋਂ ਤੁਸੀਂ ਸਟੋਰੀਆਂ ਸੁਣੋ ਤੁਹਾਡੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ। ਉਹ ਦੱਸਦੇ ਆ ਵੀ ਅਸੀਂ ਇੰਨਾ ਮੁਸ਼ਕਲਾਂ ਆ ਗਈਆਂ ਆ ਵੀ ਸਾਨੂੰ ਤਾਂ ਛੁੱਟੀਆਂ ਲਈਆਂ ਨੂੰ ਵੀ ਇੰਨਾ ਚਿਰ ਹੋ ਗਿਆ, ਲੰਬੀਆਂ ਲੰਬੀਆਂ ਸ਼ਿਫਟਾਂ ਕਰ ਕਰਕੇ ਉਹ ਇੰਨੀ ਮਿਹਨਤ ਕਰ ਰਹੇ ਆ। ਸਾਡਾ ਤਾਂ ਇੱਕੋ ਹੀ ਕੰਮ ਆ, ਪਰਹੇਜ਼ ਰੱਖੋ ਤੇ ਵੈਕਸੀਨ ਲਵਾਵੋ, ਕਿਉਂਕਿ ਜਿਹੜਾ ਡੇਟਾ ਦੱਸ ਰਿਹਾ ਆ ਜਿਨ੍ਹਾਂ ਦੇ ਫੁੱਲ ਵੈਕਸੀਨੇਸ਼ਨ ਹੋਇਆ ਆ ਉਹਨਾਂ ਨੂੰ ਬਹੁਤ ਘੱਟ ਕੋਵਿਡ ਹੁੰਦਾ ਆ। 90% ਕੇਸਿਸ ਉਹਨਾਂ ਨੂੰ ਹੋ ਰਹੇ ਆ ਜਿਨ੍ਹਾਂ ਦੇ ਕੋਲ ਫੁੱਲ ਵੈਕਸੀਨੇਸ਼ਨ ਹੈ ਨਹੀਂ ਤੇ ਜਿਹੜਾ ਹਸਪੀਟਲਾਈਜੇਸ਼ਨ ਕੇਸਿਸ ਆ ਉਹ ਵੀ ਜਿਨ੍ਹਾਂ ਦੀ ਫੁੱਲ ਵੈਕਸੀਨੇਸ਼ਨ ਹੈਗਾ ਆ ਬਹੁਤ ਘੱਟ ਹੈਗੇ ਆ। ਪਰ ਜਦੋਂ ਅਸੀਂ ਸਰੀ ਵਿੱਚ ਦੇਖੀਏ, ਆਪਾਂ ਸਦਾ ਸਰੀ ਵਿੱਚ ਗੱਲ ਲੈ ਆਈਦੀ ਆ, ਅਸੀਂ ਇੱਥੇ ਰਹਿਣ ਵਾਲੇ ਆ ਕਿਉਂਕਿ ਲੋਕਲ ਇਸ਼ੂਜ਼ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਜਦੋਂ ਕੋਵਿਡ ਪਹਿਲਾਂ ਫੈਲਣ ਲੱਗਾ ਸੀਗਾ, ਸਰੀ ਦੇ ਨੰਬਰ, ਸਿਰਫ ਸਰੀ ਦੇ ਨਹੀਂ, ਫਰੇਜ਼ਰ ਹੈਲਥ ਦੇ
75% ਤੱਕ ਚੱਲ ਗਏ ਸੀਗੇ ਆਫ ਦ ਟੋਟਲ ਨੰਬਰਸ। ਜੀ ਪਰ ਫਿਰ ਕਮਿਊਨਿਟੀ ਨੇ ਵੈਕਸੀਨ ਵੀ ਲਵਾਈ ਤੇ ਪਰਹੇਜ਼ ਵੀ ਬਹੁਤ ਰੱਖਿਆ। ਹਾਂਜੀ ਜਿਸ ਤਰ੍ਹਾਂ ਅਸੀਂ ਪਰਹੇਜ਼ ਰੱਖਣ ਲੱਗ ਪਏ ਤੇ ਸਾਡੇ ਨੰਬਰ 15% ਫਰਮ 75 ਟੂ 15% ਤੇ ਅਸੀਂ ਚੱਲ ਗਏ ਸੀਗੇ। ਜੀ ਬਿਲਕੁਲ। ਹੁਣ ਜਦੋਂ ਮੈਂ ਦੇਖਦੀ ਹਾਂ ਵਿਦ ਦ ਡੈਲਟਾ ਵੇਰੀਐਂਟ ਤੇ ਨਾਲੇ ਫੰਕਸ਼ਨਸ ਵੀ ਕਾਫੀ ਹੋਣ ਲੱਗ ਪਏ ਆ ਬੋਥ ਇਨਡੋਰਸ ਐਂਡ ਆਊਟਡੋਰਸ, ਤੇ ਸਾਡਾ ਥੋੜਾ ਰਿਲੈਕਸੇਸ਼ਨ ਵੀ ਹੋ ਗਿਆ ਆ। ਇੱਕ ਡੈਲਟਾ ਵੇਰੀਐਂਟ ਵੀ ਜ਼ਿਆਦਾ ਫੈਲ ਰਿਹਾ ਆ, ਇਸ ਕਰਕੇ we're almost at 30% again। 32 ਤੇ ਵੀ ਚੱਲ ਗਏ ਸੀਗੇ ਪਿਛਲੇ ਹਫਤੇ। ਪਰ ਦੇਖੋ ਅਸੀਂ ਕਹਿ ਦਈਦਾ ਵੀ ਨਹੀਂ ਇੰਟੀਰੀਅਰ ਹੈਲਥ ਵਿੱਚ ਹੈਗਾ ਆ। ਜਿਹੜੇ ਕੱਲ ਨੰਬਰ ਨਿਕਲੇ ਆ, ਜਦੋਂ ਤੁਸੀਂ ਫਰੇਜ਼ਰ ਹੈਲਥ ਦੇਖੋ, ਅਸੀਂ ਸਿਰਫ 20 ਨੰਬਰਸ ਬਿਹਾਈਂਡ ਆ, 20 ਕੇਸਿਸ। ਜੀ ਫਰੇਜ਼ਰ ਹੈਲਥ ਬਹੁਤ ਵੱਡੀ ਹੈਲਥ ਅਥਾਰਟੀ ਹੈਗੀ ਆ, ਇਹ ਮੈਂ ਮੰਨਦੀ ਆ। ਇਸ ਕਰਕੇ ਜਦੋਂ ਤੁਸੀਂ ਪਰਸੈਂਟੇजेस ਲਵੋ ਵੀ ਸਾਰੇ BC ਵਿੱਚੋਂ ਕਿੰਨੇ ਲੋਕਾਂ ਨੂੰ ਫਰੇਜ਼ਰ ਹੈਲਥ ਵਿੱਚ ਹੋ ਰਿਹਾ ਆ, ਇਸ ਵਕਤ ਆਪਣੇ ਨੰਬਰ 75 ਤੋਂ 15 ਤੇ ਚੱਲ ਗਏ ਸੀਗੇ, ਹੁਣ 15 ਤੋਂ 30 ਤੇ ਚੱਲ ਗਏ ਆ। ਜੇ ਲੋਕ ਬਹੁਤ ਕਹਿੰਦੇ ਵੀ ਅਸੀਂ ਹੁਣ ਕੀ ਕਰ ਸਕਦੇ ਹਾਂ, ਅਸੀਂ ਅੱਕ ਗਏ ਆ ਕੋਵਿਡ ਤੋਂ। ਹਰੇਕ ਇਨਸਾਨ ਅੱਕ ਗਿਆ, ਮੈਂ ਅੱਕ ਗਿਆ ਆ। ਮੈਂ ਆਪਣੀ ਬੇਟੀ ਆਪਣਾ ਗ੍ਰੈਂਡ ਚਿਲਡਰਨਸ ਨੂੰ 18 ਮਹੀਨੇ ਹੋ ਗਏ ਦੇਖਿਆ ਨੂੰ। ਸੌਰੀ ਬੇਟੀ ਨੂੰ ਤਾਂ ਨਹੀਂ 18 ਮਹੀਨੇ ਹੋਏ, ਪਰ ਗ੍ਰੈਂਡ ਚਿਲਡਰਨਸ ਦੇਖਿਆ ਨੂੰ 18 ਮਹੀਨੇ ਹੋ ਗਏ ਆ। ਤੇ ਹੁਣ ਮੈਂ ਜਾਣਾ ਉਹਨਾਂ ਨੂੰ ਇਸ ਮਿਲਣ ਇਸ ਵੀਕਐਂਡ ਤੇ ਬਹੁਤ ਚਾਅ ਹੋ ਰਿਹਾ ਆ ਵੀ ਉਹਨਾਂ ਦੇ ਨਾਲ ਵੀ ਟਾਈਮ ਸਪੈਂਡ ਕਰੀਏ। ਪਰ ਫਿਰ ਵੀ ਵੀ ਹੈਵ ਟੂ ਟੇਕ ਦ ਪ੍ਰੀਕਾਸ਼ਨਸ। ਜੇ ਅਸੀਂ ਚਾਹੁੰਦੇ ਆ ਵੀ ਬਾਕੀ ਸਭ ਕੁਝ ਖੁੱਲ ਜਵੇ, ਸਾਡੀ ਇਕਨੋਮੀ ਚਾਲੂ ਰਵੇ, ਹੋਰ ਰੁਕਾਵਟਾਂ ਗਾਹ ਨਾ ਆਉਣ, ਹੋਰ ਰਿਸਟ੍ਰਿਕਸ਼ਨਸ ਨਾ ਆਉਣ, ਫਿਰ ਪਲੀਜ਼ ਵੈਕਸੀਨ ਲਵਾਵੋ। ਜੇ ਪਹਿਲੀ ਲੱਗੀ ਆ ਦੂਸਰੀ ਲਵਾਵੋ, ਜੇ ਨਹੀਂ ਲੱਗੀ ਹਾਲੇ ਪਹਿਲੀ ਲਵਾਵੋ। ਹੁਣ ਦੀ ਅਪਾਇੰਟਮੈਂਟ ਬਣਾਉਣ ਦੀ ਵੀ ਲੋੜ ਹੈ ਨਹੀਂ, ਨਾ ਕੋਈ ਲਾਈਨ ਅਪ ਹੈਗੀ ਆ, ਤੁਸੀਂ ਜਾਵੋ ਉਦੋਂ ਹੀ ਤੁਹਾਡੇ ਵੈਕਸੀਨ ਲੱਗ ਜਾਣੀ ਹੈ। ਤੇ ਜੇ ਅਸੀਂ ਸੋਚੀਏ ਵੀ ਸਾਨੂੰ ਕੋਈ ਮਿੱਠੀ ਗੋਲੀ ਚਾਹੀਦੀ ਆ ਕੋਵਿਡ ਨੂੰ ਖਤਮ ਕਰਨ ਨੂੰ, ਇਸ ਵਕਤ ਇੱਕੋ ਹੀ ਮਿੱਠੀ ਗੋਲੀ ਹੈਗੀ ਆ, ਉਹ ਹੈਗੀ ਆ ਵੈਕਸੀਨੇਸ਼ਨ। ਜੀ ਤੇ ਮੈਨੂੰ ਪਤਾ ਆ ਵੀ ਤੁਸੀਂ ਮੈਨੂੰ ਪੁੱਛਣਾ ਵੀ ਕੱਲ ਜਿਹੜੀ ਰੈਲੀ ਹੋਈ ਸੀਗੀ ਬਹੁਤ ਵਿਰੋਧਤਾ ਕੀਤੀ ਗਈ ਆ। ਮੈਂ ਤਾਂ ਉਹਨਾਂ ਦੇ ਲੋਕਾਂ ਦੇ ਮੂਹਰੇ ਇੱਕੋ ਹੀ ਬੇਨਤੀ ਕਰਨੀ ਆ, ਅਸੀਂ ਬਹੁਤ ਕਿਸਮਤ ਵਾਲੇ ਹੈਗੇ ਆ। ਅਸੀਂ ਇਸ ਮੁਲਕ ਵਿੱਚ ਰਹਿੰਦੇ ਆ ਜਿੱਥੇ ਸਾਨੂੰ ਫਰੀडम ਆਫ ਐਸੋਸੀਏਸ਼ਨ ਐਂਡ ਫਰੀडम ਆਫ ਸਪੀਚ ਹੈਗਾ ਆ। We've got the freedom to gather and demonstrate without interference. But it has to be done peacefully and it cannot ਦੂਸਰਿਆਂ ਦੇ ਹੱਕਾਂ ਤੇ ਤੁਸੀਂ ਨਹੀਂ ਦਬਾ ਪਾ ਸਕਦੇ। ਪਰ ਇਹ ਇੰਨਾ ਵਿਰੋਧ ਹੋਣਾ, ਵੈਕਸੀਨ ਪਾਸਪੋਰਟ ਹਜੇ ਲਾਗੂ ਨਹੀਂ ਹੋਇਆ। ਅਸੀਂ ਦੇਖਿਆ ਓਨਟਾਰੀਓ ਵਾਲੀ ਸਾਈਡ ਤੇ ਤਾਂ ਉਹਨਾਂ ਨੇ ਕਰ ਦਿੱਤਾ ਹੈਗਾ ਵੈਕਸੀਨ ਪਾਸਪੋਰਟ ਲਾਗੂ, ਪਰ ਵੈਕਸੀਨ ਪਾਸਪੋਰਟ ਨੂੰ ਲੈ ਕੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਗੁੱਸਾ ਹੈ ਜਿਹਦੇ ਕਰਕੇ ਮਰੀਜ਼ ਵੀ ਖੱਜਲ ਹੋ ਰਹੇ ਨੇ, ਜਿਹੜੇ ਉੱਥੇ EMPLOYE ਨੇ ਕੰਮ ਕਰਨ ਵਾਲੇ ਉਹ ਵੀ, ਕਰਮਚਾਰੀ ਵੀ ਬਹੁਤ ਜ਼ਿਆਦਾ ਖੱਜਲ ਹੋ ਰਹੇ ਨੇ। ਸੋ ਇਹਦਾ ਕੀ ਹੱਲ ਕੱਢਿਆ ਜਾਵੇ ਲੋਕਲ ਲੈਵਲ ਦੇ ਉੱਤੇ? ਇਸ ਇਸ਼ੂ ਨੂੰ ਕਿਤੇ ਨਾ ਕਿਤੇ ਤਰੀਕੇ ਨਾਲ ਹੈਂਡਲ ਕਰਨਾ ਪਏਗਾ, ਕਿਉਂਕਿ ਇੱਕ ਪਾਸੇ ਤਾਂ ਅਸੀਂ ਕੋਵਿਡ ਤੋਂ, ਇਕੱਠ ਤੋਂ ਹੀ ਬਚਣ ਤੋਂ ਮਨਾ ਕਰ ਰਹੇ ਹਾਂ ਵੀ ਕੇਸਿਸ ਵੱਧ ਰਹੇ ਨੇ, ਗੈਦਰਿੰਗ ਨਾ ਕਰੋ, ਤੇ ਦੂਜੇ ਪਾਸੇ ਜਦੋਂ ਪ੍ਰੋਟੈਸਟ ਦੀ ਗਿਣਤੀ ਦੇਖੋ ਤਾਂ ਜਨੇ ਜੀ ਉਹ ਤਾਂ ਆਊਟ ਆਫ ਲਿਮਿਟ ਜਾ ਰਹੀ ਹੈ। ਮੈਂ ਕਦੀ ਸੋਚਿਆ ਨਹੀਂ ਸੀਗਾ ਵੀ ਸਾਡੇ ਕੈਨੇਡਾ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਡੈਮੋਨਸਟ੍ਰੇਸ਼ਨਸ ਦੇਖਾਂਗੇ ਜਿੱਥੇ ਇਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾਊਗੀ ਤੇ ਇਸ ਤਰ੍ਹਾਂ ਦੀ ਜਿੱਦਾਂ ਕਹਿੰਦੇ ਹੁੰਦੇ ਐਂਗਰ, ਨਾਰਾਜ਼ਗੀ ਐਕਸਪ੍ਰੈਸ਼ਨ ਹੋਊਗਾ। ਦੇਖੋ, ਇਫ ਯੂ ਡੋਂਟ ਵਾਂਟ ਟੂ ਗੈਟ ਵੈਕਸੀਨੇਟਡ, nobody is going to come to your house and ਤੁਹਾਡੇ ਸੁੱਤਿਆਂ ਪਏ ਤੇ ਕਿਸੇ ਨੇ ਟੀਕਾ ਲਾ ਦੇਣਾ। you have that choice। but ਜਿਨ੍ਹਾਂ ਨੂੰ ਆਪਣੀ ਸਿਹਤ ਦਾ ਫਿਕਰ ਹੈਗਾ ਆ, ਜਿਨ੍ਹਾਂ ਨੇ ਵੈਕਸੀਨ ਲਵਾਈ ਆ, ਉਹਨਾਂ ਦੇ ਵੀ ਹੱਕ ਹੈਗੇ ਆ। ਉਹਨਾਂ ਦਾ ਹੱਕ ਹੈਗਾ ਆ ਵੀ ਜੇ ਬਾਹਰ ਜਾਂਦੇ ਆ ਵੀ ਉੱਥੇ ਉਹ ਵੀ ਸੇਫ ਰਹਿਣ। ਇਸ ਕਰਕੇ ਆ ਜਿਹੜਾ ਵੈਕਸੀਨ ਪਾਸਪੋਰਟ ਕਬੈਕ ਨੇ ਲਾਗੂ ਕਰ ਦਿੱਤਾ ਆ, ਓਨਟਾਰੀਓ ਨੇ ਤੇ ਹਾਲੇ ਅਨਾਉਂਸ ਹੀ ਕੀਤਾ ਹੈ, ਉਹਨਾਂ ਨੇ ਹਾਲੇ ਲਾਗੂ ਨਹੀਂ ਕੀਤਾ। ਆਪਣੇ ਲਾਗੂ ਹੋ ਜਾਣਾ 13 ਤਰੀਕ ਨੂੰ, 13 ਸੈਪਟੈਂਬਰ ਨੂੰ। ਇਹ ਬਿਜ਼ਨਸ ਕਮਿਊਨਿਟੀ ਦੀ ਵੀ ਡਿਮਾਂਡ ਸੀਗੀ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਆ। ਤੇ ਨਾਲੇ ਦੇਖੋ ਜਿਹੜੇ ਆਮ ਇਨਸਾਨ ਆ ਜਿਨ੍ਹਾਂ ਨੇ ਡਬਲ ਵੈਕਸੀਨ ਲਵਾਈ ਆ, ਉਹ ਵੀ ਚਾਹੁੰਦੇ ਜਦੋਂ ਬਾਹਰ ਜਾਣ ਉਹਨਾਂ ਨੂੰ ਵੀ ਸੇਫਟੀ ਦੀ ਲੋੜ ਆ, ਹੈਲਥ ਕੇਅਰ ਦੀ ਲੋੜ ਆ। ਉਹ ਜਦੋਂ ਜਾਂਦੇ ਆ ਨਾ ਰੈਸਟੋਰੈਂਟ ਵਿੱਚ ਹੁਣ ਗਾਂ ਜਾਣਗੇ ਜਾਂ ਕਿਸੇ ਸਪੋਰਟਸ ਗੇਮਸ ਤੇ ਜਾਣਗੇ ਜਾਂ ਇੰਡੋ ਕੱਟ ਤੇ ਜਾਣਗੇ, ਉਹਨਾਂ ਦੇ ਕੋਲ ਸਿਕਿਉਰਿਟੀ ਹੋਊਗੀ ਵੀ ਜਿਹੜੇ ਬਾਕੀ ਇੱਥੇ ਆਏ ਆ ਉਹਨਾਂ ਦੇ ਲੱਗੇ ਆ, ਵੈਕਸੀਨ ਲੱਗੀ ਆ। ਪਰ
ਦੇਖੋ ਹੱਕ ਹੈਗਾ ਸਾਡਾ ਡੈਮੋਨਸਟ੍ਰੇਸ਼ਨ ਕਰਨ ਨੂੰ, ਹੱਕ ਹੈਗਾ ਰੈਲੀਜ਼ ਕਰਨ ਨੂੰ, ਪਰ ਜਿਸ ਤਰੀਕੇ ਨਾਲ ਇਹ ਰੈਲੀ ਕੀਤੀ ਗਈ ਆ ਉਹਦੇ ਨਾਲ ਉਹ ਲੋਕਾਂ ਦਾ ਸੋਚੋ ਜਿਹੜੇ ਆਪਣੀ ਜਾਨ ਖਤਰੇ 'ਚ ਪਾ ਪਾ ਕੇ, ਬਿਲਕੁਲ ਕਈ ਹਸਪੀਟਲ ਵਰਕਰ ਸੀਗੇ ਜਿਹੜੇ ਆਪਣੇ ਬੱਚਿਆਂ ਨੂੰ ਵੀ ਨਹੀਂ ਸੀ ਮਿਲੇ ਪਹਿਲੇ ਦਿਨਾਂ ਦੇ ਵਿੱਚ ਜਦੋਂ ਵੈਕਸੀਨ ਹਾਲੇ ਨਹੀਂ ਸੀ ਸ਼ੁਰੂ ਹੋਈ। ਕਈ ਮਾਵਾਂ ਕਈ ਪਿਓ ਸਾਡੇ ਜਿਹੜੇ ਮਰੀਜ਼ ਆ ਉਹਨਾਂ ਦੀ ਦੇਖਭਾਲ ਕਰਨ ਲਈ ਆਪਣੇ ਪਰਿਵਾਰ ਕੋਲੋਂ ਦੂਰ ਹੋ ਗਏ ਸੀਗੇ ਕਰਕੇ ਉਹ ਹਸਪਤਾਲ ਵਿੱਚ ਕੋਵਿਡ ਪੇਸ਼ੈਂਟ ਨੂੰ ਟ੍ਰੀਟ ਕਰ ਰਹੇ ਸੀਗੇ। ਹੁਣ ਕੱਲ ਤੁਸੀਂ ਦੇਖੋ ਵੈਨਕੂਵਰ ਦੇ ਵਿੱਚ ਕੈਂਸਰ ਪੇਸ਼ੈਂਟਸ, when I thought ਅੱਖਾਂ 'ਚੋਂ ਪਾਣੀ ਆਉਂਦਾ ਸੀਗਾ ਵੀ ਇੱਕ ਜਿਹੜੇ ਲੋਕ ਇੰਨੇ ਮਰੀਜ਼ ਹੈਗੇ ਆ ਉਹਨਾਂ ਨੂੰ ਹਸਪਤਾਲਾਂ ਦੀ ਲੋੜ ਆ, ਉਹਨਾਂ ਦੇ ਮੋਹਰੇ ਉਹਨਾਂ ਨੂੰ ਉਹ ਲਫ਼ਜ਼ ਸੁਣਨੇ ਪਏ ਜਿਹੜੇ ਸੁਣਨੇ ਨਹੀਂ ਚਾਹੀਦੇ ਸੀਗੇ। ਤੁਹਾਡਾ ਹੱਕ ਹੈਗਾ ਡੈਮੋਨਸਟ੍ਰੇਟ ਫॉर ਪੀਸਫੁਲ ਡੈਮੋਨਸਟ੍ਰੇਸ਼ਨ, ਪਰ ਤੁਹਾਡਾ ਹੱਕ ਇਹ ਹੈ ਨਹੀਂਗਾ ਤੁਸੀਂ ਦੂਸਰਾਂ ਦੇ ਹੱਕਾਂ ਦੇ ਉੱਪਰ, ਦੂਸਰੇ ਦੇ ਇਲਾਜ ਦੇ ਉੱਪਰ ਤੁਸੀਂ ਰੁਕਾਵਟਾਂ ਲਾਵੋ। ਤੇ ਇੱਕ ਜਿਹੜੇ ਲਫ਼ਜ਼ ਵਰਤੇ ਗਏ ਸੀਗੇ ਨਾ, lock her up, lock her up, for Dr. Bonnie Henry. She is a doctor. She's a very well respected health professional. ਉਹਦਾ ਕੰਮ ਹੈਗਾ ਆ ਡੇਟਾ ਦੇਖ ਕੇ to make recommendations, update ਕਰਨਾ। ਬਿਲਕੁਲ ਇਹ ਲੋਕ ਐਸੇ ਲਫ਼ਜ਼ ਵਰਤ ਰਹੇ ਸੀਗੇ, ਮੇਰੇ ਕੋ ਤਾਂ ਵਰਡਸ ਹੀ ਹੈ ਨਹੀਂ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੰਡੈਮ ਕਰਾਂ। ਇੱਕ ਤਾਂ ਉਹ ਜਿਹੜੇ ਲਫ਼ਜ਼ ਹੈਗੇ ਆ ਕਿਸੇ ਲਈ ਵੀ ਨਹੀਂ ਵਰਤਣੇ ਚਾਹੀਦੇ ਸੀ। ਜਦੋਂ ਅਮਰੀਕਾ ਦੇ ਵਿੱਚ ਇਹ ਲਫ਼ਜ਼ ਵਰਤਦੇ ਹੁੰਦੇ ਸੀਗੇ ਟਰੰਪ ਰੈਲੀਜ਼ ਦੇ ਵਿੱਚ, ਕਹਿੰਦੇ ਹੁੰਦੇ ਸੀ lock her up, lock her up। ਸੋਚੀਦਾ ਅਸੀਂ ਸ਼ੁਕਰ ਆ ਵੀ ਅਸੀਂ ਕੈਨੇਡਾ ਵਿੱਚ ਰਹਿੰਦੇ ਆ ਵੀ ਇੱਥੇ ਇਦਾਂ ਦੇ ਕੰਮ ਨਹੀਂ ਹੋਣੇ। ਹੁਣ ਦੇਖੋ ਇਸ ਹਫਤੇ ਦੇ ਵਿੱਚ ਆਪਾਂ ਇਹ ਵੀ ਦੇਖਿਆ, ਆਪਾਂ ਦੇਖਿਆ ਰੀਐਮਰਜੈਂਸ ਆਫ ਦ ਕੂ ਕਲਕਸ ਕਲਾਨ ਇਨ ਮਿਸ਼ਨ, ਜਿੱਥੇ ਲੈਂਗਲੀ ਸੌਰੀ ਜਿੱਥੇ ਮਸਜਿਦ ਦੇ ਵਿੱਚ ਉਹ ਨੋਟਿਸ ਦਿੱਤਾ ਗਿਆ। ਸੋ ਜਦੋਂ ਆਪਾਂ ਦੇਖਦੇ ਆ ਨਾ, ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਕੋਵਿਡ ਨੇ ਬਹੁਤ ਕੁਝ ਬਦਲ ਦਿੱਤਾ, ਲੋਕਾਂ ਦੇ ਮਾਨਸਿਕ ਦੇ ਉੱਪਰ ਬਹੁਤ ਦਬਾਅ ਪਿਆ ਆ, ਪਰ ਮੈਂ ਇਹ ਵੀ ਸੋਚਦੀ ਆ ਵੀ ਜੋ ਕੁਝ ਲੋਕਾਂ ਦੇ ਅੰਦਰ ਵਿੱਚ ਸੀਗਾ ਨਾ, ਹੁਣ ਫਰਸਟ੍ਰੇਸ਼ਨ ਵਿੱਚ ਹੋ ਕੇ ਉਹ ਬਾਹਰ ਨਿਕਲ ਰਿਹਾ ਆ। ਤੇ ਮੈਂ ਸਾਰਿਆਂ ਦੇ ਮੋਹਰੇ ਬੇਨਤੀ ਕਰਦੀ ਆ, ਇਸ ਮੁਲਕ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਹੱਕ ਹੈਗੇ ਆ, ਪਰ ਆਪਣੇ ਹੱਕ ਦਾ ਦਾਵਾ ਦੇਣ ਲਈ ਦੂਸਰੇ ਦੇ ਹੱਕਾਂ ਤੇ ਦੂਸਰੇ ਦੇ ਉੱਪਰ ਐਸੇ ਲਫ਼ਜ਼ ਨਾ ਵਰਤੋ ਜਿਹੜਾ ਲੋਕਾਂ ਨੂੰ ਵੀ ਦੁਖੀ ਕਰੇ ਤੇ ਗਾਂ ਸਾਡੇ ਬੱਚੇ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਇੰਨਾ ਦੁਖੀ ਨਾ ਕਰੇ। ਨਾ ਵੈਕਸੀਨ ਲਵਾਵੋ, ਫਿਰ ਰੈਸਟੋਰੈਂਟ ਜਾਣ ਦੀ ਵੀ ਜ਼ਰੂਰਤ ਹੈ ਨਹੀਂ, ਘਰੇ ਹੀ ਖਾਣਾ ਬਣਾ ਲਾ ਜਾਂ ਟੇਕ ਆਊਟ ਕਰ ਲਓ। ਬਿਲਕੁਲ ਇਹ ਜਿਨੀ ਜੀ ਇਹ ਚੀਜ਼ ਕਲੀਅਰ ਕਿਉਂ ਨਹੀਂ ਹੋ ਰਹੀ ਲੋਕਾਂ ਨੂੰ ਕਿ ਜਿਹੜਾ ਵੈਕਸੀਨ ਪਾਸਪੋਰਟ ਜੇ ਲਾਗੂ ਹੋਣਾ ਤਾਂ ਉਹ ਆਪਣਾ ਕੰਮ ਕਿਵੇਂ ਕਰੇਗਾ, ਕੀ ਉਹਦੇ ਰੋਲ ਹੋਣਗੇ। ਐਕਚੁਅਲੀ ਦੇ ਵਿੱਚ ਕਈ ਰੈਸਟੋਰੈਂਟ ਐਸੋਸੀਏਸ਼ਨਸ ਦੀ ਵੀ ਅਸੀਂ ਕੱਲ ਅਪਡੇਟਸ ਦੇਖ ਰਹੇ ਸੀਗੇ, ਉਹ ਵੀ ਕਿਤੇ ਨਾ ਕਿਤੇ ਕਨਫਿਊਜ਼ ਹੈ। ਉਹ ਕਹਿੰਦੇ ਸਾਨੂੰ ਲੋਕ ਤਾਂ ਪੁੱਛਦੇ ਸਾਡੇ ਆਪਣੇ ਜਿਹੜੇ ਕੰਮ ਨੇ ਉਹ ਵੀ ਪੁੱਛਦੇ ਵੀ ਕਿੱਦਾਂ ਦਾ ਹੋਊਗਾ ਇਹ ਵੈਕਸੀਨ ਪਾਸਪੋਰਟ, ਇਹ ਕੰਮ ਕਿਵੇਂ ਕਰੇਗਾ ਆਪਣਾ, ਕੀ ਇਹਦੇ ਵਾਸਤੇ ਹਦਾਇਤਾਂ ਜਾਰੀ ਹੋਣਗੀਆਂ। ਨੈਕਸਟ ਵੀਕ ਦੀ ਪਲਾਨ ਵਿਲ ਬੀ ਰੋਲਡ ਆਊਟ ਜੀ। ਪਰ ਹੁਣ ਆਪਾਂ ਨੂੰ ਪਤਾ ਆ ਜਿਹੜੇ ਵੀ ਇੰਡੋਰਸ ਫੰਕਸ਼ਨਸ ਹੈਗੇ ਆ, ਪਬਲਿਕ ਸਪੇਸਿਸ, ਉੱਥੇ ਤੁਹਾਨੂੰ ਦਿਖਾਲਣੇ ਪੈਣੇ ਆ। ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ ਆ ਉੱਥੇ ਤੁਹਾਨੂੰ ਪਾਸਪੋਰਟ ਨਹੀਂ ਦਿਖਾਲਣਾ ਪੈਣਾ। ਓਕੇ, ਦਿਸ ਇਜ਼ ਫॉर ਨॉन ਐਸੈਂਸ਼ੀਅਲ। ਇਹ ਵੀ ਜ਼ਰੂਰੀ ਆ, ਸਾਨੂੰ ਪਤਾ ਲੋਕਾਂ ਦੇ ਹੱਕ ਹੈਗੇ ਆ। ਦੇਖੋ ਜੇ ਖਾਣਾ ਗਰੋਸਰੀ ਸਟੋਰ ਤੇ ਅਸੀਂ ਨਹੀਂ ਲਾਗੂ ਕਰ ਸਕਦੇ ਫॉर ਡਬਲ ਵੈਕਸੀਨ, ਕਿਉਂਕਿ ਲੋਕਾਂ ਨੇ ਗਰੋਸਰੀ ਲਈ ਜਾਣੀ ਆ, ਘਰ ਜਾ ਕੇ ਬਣਾਉਣਾ ਆ। ਪਰ ਰੈਸਟੋਰੈਂਟ ਇਜ਼ ਨਾਟ ਐਸੈਂਸ਼ੀਅਲ ਸਰਵਿਸ, ਗੋਇੰਗ ਟੂ ਦ ਜਿਮ ਇਜ਼ ਨਾਟ ਐਸੈਂਸ਼ੀਅਲ ਸਰਵਿਸ। ਤੁਸੀਂ ਘਰ ਵੀ ਐਕਸਰਸਾਈਜ਼ ਕਰ ਸਕਦੇ ਆ। ਸੋ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਆ ਜਿੱਥੇ ਇਹਨਾਂ ਦਾ ਲਾਗੂ ਹੋਣਾ। ਦੋ ਕਾਰਨ ਸੀਗੇ ਪਾਸਪੋਰਟ ਲਾਗੂ ਕਰਨ ਨੂੰ। ਇੱਕ ਬਿਜ਼ਨਸ ਕਮਿਊਨਿਟੀ ਦੀ ਬਹੁਤ ਵੱਡੀ ਡਿਮਾਂਡ ਸੀਗੀ, ਇਨਕਲੂਡਿੰਗ ਦ ਰੈਸਟੋਰੈਂਟ ਐਸੋਸੀਏਸ਼ਨ, ਤੇ ਇੱਕ ਇਹ ਵੀ ਸੀਗਾ ਵੀ ਇੱਕ ਤਾਂ ਵੀ ਲੋਕਾਂ ਨੂੰ ਸੋਚਦੇ ਸੀਗੇ ਵੀ ਅਸੀਂ ਜਿਹੜੇ ਕੋਵਿਡ ਤੋਂ ਪਹਿਲਾਂ ਫੰਕਸ਼ਨਸ ਜਾਈਏ ਸੀਗੇ ਅਸੀਂ ਉੱਥੇ ਥੋੜੀ ਸਿਕਿਉਰਿਟੀ ਨਾਲ ਜਾਈਏ, ਇੱਕ ਉਹਦੇ ਲਈ ਜ਼ਰੂਰੀ ਸੀਗਾ। ਇੱਕ ਹੁਣ ਜਦੋਂ ਤੁਸੀਂ ਇਹਨੂੰ ਜ਼ਰੂਰੀ ਕਰ ਦਿੱਤਾ ਆ, ਪਿਛਲੇ ਹਫਤੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾਈ ਵੀ ਆ ਤੇ ਰਜਿਸਟ੍ਰੇਸ਼ਨ ਵੀ ਕੀਤੀ ਆ ਲਵਾਉਣ ਲਈ, ਫਰਸਟ ਐਂਡ ਸੈਕੰਡ। ਸੋ ਇਸ ਕਰਕੇ ਉਹ ਵੈਕਸੀਨੇਸ਼ਨ ਵੀ ਵੱਧ ਰਿਹਾ ਆ। ਸੋ ਦਿਸ ਇਜ਼ ਆਲ ਗੁੱਡ ਨਿਊਜ਼। ਪਰ ਜਿਹੜੇ ਲੋਕ ਨਹੀਂ ਵੈਕਸੀਨ ਲਵਾਉਣਾ ਚਾਹੁੰਦੇ ਉਹ ਆਪਣੀ ਲਾਈਫ ਜ਼ਰੂਰ ਖਤਰੇ 'ਚ ਪਾਉਂਦੇ ਆ,
ਪਰ ਉਹ ਦੂਸਰਿਆਂ ਦੀ ਵੀ ਲਾਈਫ ਖਤਰੇ 'ਚ ਪਾਉਂਦੇ ਆ। ਇੱਕ ਜਦੋਂ ਉਹ ਬਿਮਾਰ ਹੋ ਜਾਂਦੇ ਆ, ਉਹਨਾਂ ਦੀ ਬਿਮਾਰੀ ਬਹੁਤ ਹੀ ਸੀਰੀਅਸ ਇੰਪੈਕਟ ਹੁੰਦੀ ਆ ਤੇ ਸਾਡੇ ਹੈਲਥ ਕੇਅਰ ਤੇ ਬਹੁਤ ਵੱਡਾ ਬੋਝ ਬਣ ਜਾਂਦਾ ਆ। ਉਹ ਵੀ ਜੀ ਅਸੀਂ ਫੇਰ ਵੀ ਨਹੀਂ ਕੁਝ ਕਹਿੰਦੇ ਵੀ ਤੁਹਾਨੂੰ ਜ਼ਬਰਦਸਤੀ ਲਾਉਣੀ ਪੈਣੀ ਆ, ਪਰ ਜੇ ਤੁਸੀਂ ਨਹੀਂ ਲਾਉਣੀ, ਤੁਹਾਡਾ ਵੀ ਫਰਜ਼ ਬਣਦਾ ਆ ਵੀ ਅਸੀਂ ਦੂਸਰਿਆਂ ਨੂੰ ਖਤਰੇ ਵਿੱਚ ਨਾ ਪਾਈਏ। ਜਦੋਂ ਕੱਲ ਰੈਲੀ ਹੋ ਰਹੀ ਸੀਗੀ, ਹਾਂਜੀ ਉੱਤੇ ਨਿੱਕੇ ਨਿੱਕੇ ਬੱਚੇ ਸੀ, ਬਿਲਕੁਲ ਹਾਂ ਪ੍ਰੈਗਨੈਂਟ ਔਰਤਾਂ ਸੀਗੀਆਂ, ਪਰ ਜਿਹੜੇ ਲਫ਼ਜ਼ ਵਰਤ ਰਹੇ ਸੀਗੇ, ਮੈਂ ਸੋਚਦੀ ਸੀਗੀ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਲ ਰਹੇ ਹਾਂ। ਅਸੀਂ ਸਿਖਾਲ ਰਹੇ ਹਾਂ ਵੀ ਇੱਕ ਤਾਂ ਆਹ ਲੈਂਗੁਏਜ ਵਰਤਣੀ ਠੀਕ ਆ, ਇੱਕ ਦੂਸਰੀ ਵੀ ਜਿਹੜੀ ਸਾਇੰਸ ਮੈਡੀਸਨ ਆ ਉਹਦਾ ਅਸੀਂ ਉਹਦੇ ਤੇ ਇਤਬਾਰ ਨਹੀਂ ਕਰਦੇ। ਬਿਲਕੁਲ ਤੀਸਰਾ ਅਸੀਂ ਦੱਸ ਰਹੇ ਸੀਗੇ ਵੀ ਜਿਹੜੇ ਇਨਸਾਨ ਆਪਣੀ ਜਾਨ ਖਤਰੇ 'ਚ ਪਾ ਕੇ ਰਾਤ ਦਿਨ ਮਿਹਨਤ ਕਰਦੇ ਆ ਹਸਪਤਾਲਾਂ ਦੇ ਵਿੱਚ, ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ। ਚੌਥੀ ਗੱਲ ਵੀ ਜਿਹੜੇ ਮਰੀਜ਼ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ, ਆਪਣੀ ਕੈਂਸਰ ਟ੍ਰੀਟਮੈਂਟ, ਆਪਣੀ ਕਿਡਨੀ ਟ੍ਰੀਟਮੈਂਟ, ਜਿਹੜੀ ਮਰਜ਼ੀ ਵੀ ਟ੍ਰੀਟਮੈਂਟ ਕਰਾਉਣੀ ਚਾਹੁੰਦੇ, ਅਸੀਂ ਉਹਨਾਂ ਦੇ ਮੂਹਰੇ ਰੁਕਾਵਟ ਬਣ ਕੇ ਖੜੇ ਹਾਂ। ਇਹ ਕਿਸੇ ਦਾ ਹੱਕ ਹੈ ਨਹੀਂਗਾ। ਮੈਂ ਤਾਂ ਬਹੁਤ ਖੁਸ਼ ਸੀਗੀ ਵੀ ਪ੍ਰੀਮੀਅਰ ਜੌਨ ਹੋਗਨ, ਏਡਰੀਅਨ ਡਿਕਸ ਨੇ, ਸਾਰਿਆਂ ਨੇ ਹੀ ਸਟਰੋਂਗਲੀ ਕੰਡੈਮ ਕੀਤਾ ਆ ਵੀ ਜੇ ਇਹ ਐਕਸ਼ਨਸ ਹੈਗੇ ਆ, ਬੇਸ਼ੱਕ ਦੀ ਇੱਥੇ ਹੋਏ ਆ, ਨਨਾਇਮੋ ਹੋਏ ਆ, ਖਲੋਨਾ ਵਗੈਰਾ ਚ ਬਹੁਤ ਖਲੋਨਾ, ਜਿੱਥੇ ਮਰਜ਼ੀ ਵੀ ਹੋਏ ਆ, they are misguided. Don't get the vaccine. You want to demonstrate, demonstrate safely. Don't interfere with our healthcare. ਜੀ ਸੋ ਹੁਣ ਤਾਂ ਪ੍ਰੋਟੈਸਟ ਸ਼ੁਰੂ ਹੋਏ ਨੇ ਜਿਨੀ ਜੀ, ਜਿਹੜੇ ਲੋਕ ਵੈਕਸੀਨੇਸ਼ਨ ਨਹੀਂ ਕਰਵਾ ਰਹੇ ਜਾਂ ਜਿਨ੍ਹਾਂ ਨੇ ਸੋਚਿਆ ਹੀ ਹੋਇਆ ਵੀ ਅਸੀਂ ਕਰਵਾਉਣੀ ਨਹੀਂ ਹੈ, ਜ਼ਾਹਿਰ ਜਿਹੀ ਗੱਲ ਹੈ ਉਹ ਰੈਸਟੋਰੈਂਟ ਜਾਂ ਕਿਤੇ ਵੀ ਉਹ ਜਾਣਗੇ ਉਹਨਾਂ ਨੂੰ ਦਿੱਕਤ ਆਏਗੀ। ਹੁਣ ਜੇ ਲਾਗੂ ਕਰਨਾ ਹੈ ਪਾਸਪੋਰਟ, ਜਿਹੜਾ ਵੈਕਸੀਨ ਪਾਸਪੋਰਟ ਹੈ, ਉਹਨੂੰ ਲੈ ਕੇ ਇਹ ਗੱਲਾਂ ਵੀ ਹਜੇ ਤੱਕ ਕਲੀਅਰ ਨਹੀਂ ਹੈ ਵੀ ਜੇ ਕੋਈ ਨਹੀਂ ਗੱਲ ਮੰਨੇਗਾ ਜਾਂ ਫਿਰ ਮੰਨ ਲਓ ਵੀ ਕੋਈ ਕਾਰੋਬਾਰ, ਕੋਈ ਬਿਜ਼ਨਸ ਅਦਾਰਾ ਹੀ ਇੱਦਾਂ ਦਾ ਹੈ ਜਿਹੜਾ ਕਿ ਲੋਕਾਂ ਨੂੰ ਇਹ ਕਹੇਗਾ ਹੀ ਨਹੀਂ ਵੀ ਵੈਕਸੀਨ ਪਾਸਪੋਰਟ ਤੁਸੀਂ ਦਿਖਾਓ ਜਾਂ ਫਿਰ ਜ਼ਰੂਰੀ ਹੈ, ਸੋ ਉਹਦੇ ਵਾਸਤੇ ਕੀ ਕੋਈ ਜੁਰਮਾਨਾ ਜਾਂ ਕੀ ਸਜ਼ਾ ਹੋਏਗੀ, ਕੀ ਕੀਤਾ ਜਾ ਸਕਦਾ ਹੈ? ਇਹ ਹੈਲਥ ਆਰਡਰ ਹੋਣਾ ਆ। It's the law. As Adrian Dix, our minister, has said, and the premier, it will be enforced just like any other law is enforced. Okay. There will be fines, and both bylaw officers and RCMP, the regular police, all the tools that we have at our disposal will be used to enforce. It's like when we go out to drive. Once a law is made, we follow the rules. If the rules are broken and you get caught, you have to pay the consequences. Okay. This is a health issue. ਕੋਈ ਵੀ ਸਰਕਾਰ, ਸਾਡੀ ਸਰਕਾਰ ਬਿਲਕੁਲ ਐਸਾ ਕੰਮ ਨਾ ਕਰੂਗੀ ਜੇ ਇਹਦੀ ਜ਼ਰੂਰਤ ਇਸ ਵਕਤ ਨਾ ਹੋਵੇ, ਕਿਉਂਕਿ ਇਹ ਹੈਲਥ ਪੈਂਡੈਮਿਕ ਹੈਗੀ ਆ। ਸਾਨੂੰ ਡੇਟਾ ਦੇਖੀਏ, ਡੇਟਾ ਅੱਜ ਕੱਲ ਜਾਂ ਪਰਸੋਂ ਕੀਤਾ ਸੀਗਾ ਡਾਕਟਰ ਬੌਨੀ ਹੈਨਰੀ ਨੇ ਰਿਲੀਜ਼, ਸਾਰੇ ਚਾਰਟਸ ਮੇਰੇ ਕੋਲ ਹੈਗੇ, ਮੈਨੂੰ ਤੁਹਾਨੂੰ ਵੀ ਹੁਣ ਮਿਲ ਗਏ ਹੋਣੇ ਆ, ਜਿਹਦੇ ਵਿੱਚ ਤੁਹਾਨੂੰ ਸਾਫ਼ ਦਿਸਦਾ ਆ ਡੇਟਾ ਬੇਸਡ from Europe, from everywhere around the world, that those who are fully vaccinated are less likely to get sick, and if they get the virus, less likely to end up in the hospital. So ਇਦੋਂ ਵੱਧ ਅਸੀਂ ਹੋਰ ਕੀ ਕਰ ਸਕਦੇ? ਹੁਣ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਆ, ਜੇ ਤੁਹਾਨੂੰ ਪਤਾ ਆ ਵੀ ਕਿਸੇ ਦੇ ਨਹੀਂ ਵੈਕਸੀਨ ਲੱਗੀ, ਪਲੀਜ਼ ਪਿਆਰ ਨਾਲ ਉਹਨਾਂ ਨੂੰ ਸਮਝਾਵੋ ਵੀ ਜਾ ਕੇ ਵੈਕਸੀਨ ਲਵਾਵੋ। ਤੇ ਜੇ ਤੁਹਾਡੇ ਕੋਈ ਜਾਣ ਪਛਾਣ ਵਿੱਚ ਹੈਗੇ ਜਿਹੜੇ ਬਾਹਰ ਜਾ ਕੇ ਵੱਡੇ ਵੱਡੇ ਰੈਲੀਆਂ ਕਰਦਾ ਆ ਅਗੇਂਸਟ ਹੈਲਥ ਐਂਡ ਸਾਇੰਸ, ਉਹਨਾਂ ਨੂੰ ਵੀ ਸਮਝਾਵੋ ਵੀ ਇਸ ਮੁਲਕ ਨੇ ਸਾਨੂੰ ਬਹੁਤ ਦਿੱਤਾ ਆ। ਇਫ ਯੂ ਵਾਂਟ ਟੂ ਡੈਮੋਨਸਟ੍ਰੇਟ, ਡੈਮੋਨਸਟ੍ਰੇਟ ਵਿਦ ਰਿਸਪੈਕਟ ਜੀ। ਐਂਡ ਬਿਲਕੁਲ ਇੱਕ ਹੋਰ ਜ਼ਿਕਰ ਜਿਨੇ ਜੀ ਆ ਰਿਹਾ ਸੀਗਾ, ਇਹ ਆਮ ਜਨਤਾ ਹੀ ਇਹ ਗੱਲ ਕਹਿ ਰਹੀ ਸੀਗੀ, ਜਿਹੜਾ ਕਹਿ ਸਕਦੇ ਹਾਂ ਜਿਨ੍ਹਾਂ 'ਚ ਨਾਰਾਜ਼ਗੀ ਪਾਈ ਜਾ ਰਹੀ ਸੀ। ਉਹ ਕਹਿੰਦੇ ਕਿ ਜਦੋਂ ਹੁਣ ਟਰੈਵਲ ਖੁੱਲ ਰਿਹਾ, ਇੰਟਰਨੈਸ਼ਨਲ ਟਰੈਵਲ ਖੋਲ੍ਹਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਮਰੀਕਾ ਤੋਂ ਜਿਹੜੇ ਲੋਕ ਹੈ ਉਹ ਇੱਧਰ ਆ ਸਕਦੇ ਨੇ। ਜ਼ਾਹਿਰ ਜਿਹੀ ਗੱਲ ਹੈ ਕਿ ਵੈਕਸੀਨ ਜਿਹਦੇ ਲੱਗੀ ਹੋਈ ਉਹੀ ਆ ਸਕਦਾ ਹੈ, ਪਰ ਉਸਦੇ ਬਾਵਜੂਦ ਵੀ ਕਹਿੰਦੇ ਕਈ ਲੋਕ ਇੱਦਾਂ ਦੇ ਵੀ ਐਂਟਰ ਹੋ ਰਹੇ ਨੇ ਜਿਹੜੇ ਵੈਕਸੀਨੇਸ਼ਨ ਜਿਨ੍ਹਾਂ ਦੀ ਲੱਗੀ ਨਹੀਂ ਹੋਈ ਜਾਂ ਸਿੰਗਲ ਡੋਜ਼ ਵਾਲੇ ਨੇ। ਅਤੇ ਅਜਿਹੇ ਦੇ ਵਿੱਚ ਉਹ ਕਹਿੰਦੇ ਨੇ ਵੀ ਜੇ ਉਹ ਲੋਕ ਆ ਸਕਦੇ ਨੇ ਤਾਂ ਫਿਰ ਕੋਵਿਡ ਦੇ ਕੇਸਿਸ ਕੀ ਇੱਥੇ ਲੋਕਲ ਲੈਵਲ ਦੇ ਉੱਤੇ ਹੀ ਲੋਕ ਵਧਾ ਰਹੇ ਨੇ? ਇਹ ਕਈ ਲੋਕਾਂ ਦੇ ਮੂੰਹ ਦੀ ਗੱਲ ਹੈ ਜਿਹੜੀ ਅਸੀਂ ਸੁਣੀ ਹੈ।
ਦੇਖੋ ਮੈਂ ਤਾਂ ਡੇਟਾ ਦੇਖ ਕੇ ਤੁਹਾਨੂੰ ਜਵਾਬ ਦੇ ਸਕਦੀ ਜੀ। ਹਾਂ, ਮੈਂ ਇਹਦੀ ਐਨਾਲਿਸਿਸ ਨਹੀਂ ਕੀਤੀ, ਪਰ ਮੈਂ ਇਹ ਵੀ ਦੇਖਿਆ ਆ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਆ, ਹਾਂਜੀ ਉਹਨਾਂ ਦੇ ਵਿੱਚ ਸੱਚ ਵੀ ਹੁੰਦਾ ਆ ਤੇ ਥੋੜਾ ਐਗਜ਼ੈਜਰੇਸ਼ਨ ਵੀ ਵਾਜੇ ਵੇਲੇ ਹੁੰਦਾ ਆ। ਤੇ ਮੈਨੂੰ ਵੀ ਕਿਸੇ ਨੇ ਇੱਕ ਇਨਸਾਨ ਦਾ ਦੱਸਿਆ ਸੀਗਾ ਵੀ ਉਹਨੇ ਆਹ ਕੀਤਾ ਇੰਨੇ ਦਿਨ ਆ ਗਏ, ਉਹਨੇ ਕੁਆਰੰਟੀਨ ਵੀ ਨਹੀਂ ਕੀਤੀ, ਸਭ ਕੁਝ ਉਸਨੇ ਕੀਤਾ ਸੀਗਾ। ਪਰ ਮੈਂ ਇਹ ਨਹੀਂ ਕਹਿੰਦੀ ਵੀ ਕਈ ਲੋਕ ਕਾਨੂੰਨ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪਰ ਔਨ ਦਾ ਹੋਲ ਬਹੁਤ ਮਾਣ ਹੈਗਾ ਆ ਵੀ ਕੈਨੇਡਾ ਵਾਲਿਆਂ ਨੇ, ਜਿਹੜੇ ਇੱਥੇ ਰਹਿਣ ਵਾਲੇ ਆ, ਬਹੁਤ ਵਧੀਆ ਤਰੀਕੇ ਨਾਲ ਆਪਾਂ ਕੋਵਿਡ ਨੂੰ ਸਪੈਸ਼ਲੀ BC ਦੇ ਵਿੱਚ ਕਾਬੂ ਰੱਖਿਆ ਹੈ ਹਾਲੇ ਤੱਕ ਫਿਰ ਵੀ। ਬਟ ਇਹ ਤਾਂ ਇੰਡੀਵਿਜੂਅਲ ਤੇ ਹੁੰਦੀ ਆ। ਦੇਖੋ ਵੀ ਹੈਵ ਸਪੀਡਿੰਗ ਲਿਮਿਟਸ, ਫਿਰ ਵੀ ਕੋਈ ਨਾ ਕੋਈ ਸਪੀਡਿੰਗ ਲਿਮਿਟ ਕਰਕੇ ਐਸਾ ਐਕਸੀਡੈਂਟ ਕਰ ਦਿੰਦਾ ਆ ਜਿਸ ਦੇ ਨਾਲ ਸਿਰਫ ਉਹ ਨਹੀਂ, ਕਈ ਹੋਰਾਂ ਦੀਆਂ ਵੀ ਜਾਨਾਂ ਚਲ ਜਾਂਦੀਆਂ। ਇਸ ਕਰਕੇ ਸਾਰਿਆਂ ਦੇ ਮੂਹਰੇ ਇੱਕੋ ਹੀ ਬੇਨਤੀ ਆ, ਸਟਾਪ ਚੀਟਿੰਗ, ਸਟਾਪ ਥਿੰਕਿੰਗ ਵੀ ਤੁਸੀਂ ਵਾਇਰਸ ਨੂੰ ਚੀਟ ਕਰ ਰਹੇ ਆ। ਐਂਡ ਤੇ ਜਾ ਕੇ ਵਾਇਰਸ ਨਹੀਂ ਪਛਾਣਦਾ ਅਮੀਰ ਗਰੀਬ ਧਰਮ ਰੰਗ। ਤੇ ਜਦੋਂ ਵਾਇਰਸ ਫੈਲਦਾ ਆ, ਤੁਸੀਂ ਬੇਸ਼ੱਕ ਦੀ ਤੁਹਾਡੇ ਉੱਪਰ ਨਾ ਬਾੜਾ ਅਸਰ ਪਵੇ, ਪਰ ਤੁਸੀਂ ਆਪਣੇ ਆਪ ਨਾਲ ਰਹਿ ਸਕੋਗੇ ਜਦੋਂ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੇ ਕਾਰਨ ਹੋਰ ਕਿਸੇ ਦੀ ਮੌਤ ਹੋ ਗਈ ਆ ਜਾਂ ਉਹਨਾਂ ਨੂੰ ਬਹੁਤ ਸੀਰੀਅਸ ਕੰਪਲਿਕੇਸ਼ਨਸ ਹੋ ਗਏ ਆ। ਸੋ ਇਹ ਵਕਤ ਹੈਗਾ ਆ ਵੀ ਇੱਕ ਦੂਸਰੇ ਨੂੰ ਸਾਥ ਦਈਏ, ਇੱਕ ਦੂਸਰੇ ਨੂੰ ਸਮਝਾਈਏ। ਨਾਰਾਜ਼ਗੀ ਬਾਹਲੀ ਕਰਨ ਦੀ ਲੋੜ ਹੈ ਨਹੀਂਗੀ, ਕਿਉਂਕਿ ਮੈਂ ਲਾਈਫ ਦੇ ਵਿੱਚ ਬਹੁਤ ਪਹਿਲਾਂ ਹੀ ਸਿੱਖ ਲਿਆ ਸੀਗਾ, ਜਿਹੜੀ ਗੱਲ ਤੁਸੀਂ ਸ਼ਾਂਤੀ ਪਿਆਰ ਨਾਲ ਲੋਕਾਂ ਨੂੰ ਸਮਝਾ ਸਕਦੇ ਆ, ਇੱਕ ਦੂਸਰੇ ਨੂੰ ਤੁਹਾਡੀ ਜਾਣ ਪਛਾਣ ਵਿੱਚ ਵੀ, ਉਹ ਤੁਸੀਂ ਕੁੱਟਮਾਰ ਨਾਲ ਨਹੀਂ ਸਮਝਾ ਸਕਦੇ। ਇੱਕ ਕਹਾਵਤ ਹੁੰਦੀ ਸੀਗੀ, ਇਟਸ ਇਨ ਇੰਗਲਿਸ਼, hitting somebody on the head with a baseball bat has never changed their mind. ਜੇ ਤੁਸੀਂ ਮਾਈਂਡ ਕਿਸੇ ਦਾ ਚੇਂਜ ਕਰਨਾ ਆ, ਉਹਨਾਂ ਦੇ ਨਾਲ ਗੱਲ ਕਰੋ। ਇੱਕ ਦਿਨ ਬੇਸ਼ੱਕ ਦੀ ਤੁਸੀਂ ਉਹਨੂੰ 2 ਇੰਚ ਇੱਧਰ ਨੂੰ ਕਰ ਲਓਗੇ, ਪਰ ਹੌਲੀ 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 ਉਹ ਸ਼ਾਇਦ ਆ ਜਾਵੇ ਜਿੱਥੇ ਉਹ ਵੈਕਸੀਨ ਲਵਾ ਲਵੇ। ਜੀ ਬਿਲਕੁਲ, ਇਹੀ ਉਮੀਦ ਕਰਦੇ ਹਾਂ ਕਿ ਵਾਕਈ ਲੋਕ ਬੇਸ਼ੱਕ ਆਪਣੀ ਪ੍ਰੋਟੈਕਸ਼ਨ ਵਾਸਤੇ, ਦੂਜਿਆਂ ਦੀ ਪ੍ਰੋਟੈਕਸ਼ਨ ਵਾਸਤੇ ਐਟਲੀਸਟ ਵੈਕਸੀਨ ਲਗਾਉਣ ਬਾਰੇ ਸੋਚਣ। ਅਜਿਹੇ ਦੇ ਵਿੱਚ ਜਿੱਥੇ ਹੁਣ ਅਸੀਂ ਸਟੈਂਡ ਜਿਹਨੇ ਜੀ ਕਰ ਰਹੇ ਹਾਂ, ਇਸ ਟਾਈਮ ਕੇਸਿਸ ਵਧ ਰਹੇ ਨੇ ਜਿਸ ਤਰੀਕੇ ਨਾਲ, ਹੁਣ ਅੱਗੇ ਕੀ ਹੋ ਸਕਦਾ ਹੈ? ਕਿ BC ਗਵਰਨਮੈਂਟ ਇਸ ਦੇ ਉੱਤੇ ਕੀ ਸੋਚ ਵਿਚਾਰ ਕਰ ਰਹੀ ਹੈ? ਕੋਈ ਰਿਸਟ੍ਰਿਕਸ਼ਨਸ ਅੱਗੇ ਹੋਰ ਵਧਣ ਦੀ ਉਮੀਦ ਲੱਗਦੀ ਹੈ? ਇੱਦਾਂ ਦਾ ਕੁਝ ਹੋ ਸਕਦਾ? ਦੇਖੋ, ਇਹ ਵਾਇਰਸ ਤਾਂ ਇੰਨਾ ਅਨਪ੍ਰੈਡਿਕਟੇਬਲ ਰਿਹਾ ਆ। ਜੀ ਬਿਲਕੁਲ। ਤੇ ਜਦੋਂ ਸਾਰੇ ਪਹਿਲਾਂ ਹੀ ਕਹਿੰਦੇ ਸੀ ਪਹਿਲਾਂ ਨਾ ਆਪਾਂ ਨੂੰ ਇਦਾਂ ਕਰਨਾ ਚਾਹੀਦਾ ਸੀ, ਪਹਿਲਾਂ ਇਦਾਂ, ਜਦੋਂ ਹਨਾ ਵੀ ਬੰਦਾ ਕਿਸੇ ਤਕਲੀਫ ਵਿੱਚ ਲੰਘੇ, ਪਿੱਛੇ ਸੋਚਣਾ ਤੇ ਪਿੱਛੇ ਦੀ ਹਿਸਟਰੀ ਨੂੰ ਰੀਰਾਈਟ ਕਰਨਾ ਬਹੁਤ ਸੌਖਾ ਹੁੰਦਾ ਹੈ। ਪਰ ਦਿਸ ਇਜ਼ ਅ ਵਾਇਰਸ, ਇਟ ਮਿਊਟੇਟਸ, ਐਵਰੀ ਵਾਇਰਸ ਮਿਊਟੇਟਸ। ਸੋ because of that, our response has been different all along and has been ever changing. But there are some things that are consistent. Wash your hands, sanitize, mask, get vaccinated. ਉਹ ਗੱਲਾਂ ਤਾਂ ਲਾਗੂ ਰਹਿਣੀਆਂ ਹੀ ਆ। ਪਰ ਹੁਣ ਜਿਸ ਤਰੀਕੇ ਦੇ ਨਾਲ ਜਦੋਂ ਖਿਲੌਣਾ ਵਿੱਚ ਜ਼ਿਆਦਾ ਫੈਲ ਗਿਆ ਸੀਗਾ, ਸਿਰਫ ਖਿਲੌਣਾ ਲਈ ਰਿਸਟ੍ਰਿਕਸ਼ਨਸ ਹੋਏ ਸੀਗੇ। ਹੁਣ ਜਦੋਂ ਬਾਕੀ ਵੀ ਫੈਲਣ ਲੱਗ ਪਿਆ, ਹੁਣ ਆਪਣੇ ਕੋਲ ਇਸ ਵਕਤ ਵੈਕਸੀਨ ਮਾਸਕ ਮੈਂਡੇਟ ਫੇਰ ਆ ਗਈ ਆ, ਇਟਸ ਮੈਂਡੇਟਰੀ ਇਨਸਾਈਡ। ਤੇ ਗਾਂ ਜੇ ਨੰਬਰ ਵੱਧ ਗਏ, ਫਿਰ ਸਾਨੂੰ ਇੱਕ ਵਾਰੀ ਫਿਰ ਜਿਨੀ ਸਿਮਸ ਜਾਂ ਜੌਨ ਹੋਗਨ ਨੇ ਨਹੀਂ ਡਿਸੀਜਨ ਬਣਾਉਣਾ, ਇਹ ਫਿਰ ਡਾਕਟਰ ਬੌਨੀ ਹੈਨਰੀ, ਉਹ ਇਕੱਲੀ ਨਹੀਂ ਡਿਸੀਜਨ ਬਣਾਉਂਦੀ, ਉਹਦੇ ਕੋਲ ਬਹੁਤ ਸਾਰੇ ਹੈਲਥ ਐਕਸਪਰਟਸ ਹੈਗੇ ਆ, ਉਹ ਨੈਸ਼ਨਲ ਇੰਟਰਨੈਸ਼ਨਲ ਟ੍ਰੈਂਡਸ ਵੀ ਦੇਖਦੇ ਆ, ਡੇਟਾ ਵੀ ਦੇਖਦੇ ਆ, ਉਹਦੇ ਤੇ ਬੇਸਡ ਕਰਕੇ ਉਹ ਫਿਰ ਡਿਸੀਜਨ ਬਣਾਉਣਗੇ। ਤੇ ਕੁਝ ਕਹਿ ਨਹੀਂ ਸਕਦੇ, ਕੋਈ ਗਾਰੰਟੀ ਨਹੀਂ ਕਹਿ ਸਕਦੇ ਵੀ ਇਦਾਂ ਹੀ ਚੱਲੂਗਾ। ਜੇ ਮੇਰਾ ਆਈਡੀਅਲ ਸਿਚੁਏਸ਼ਨ ਤੁਸੀਂ ਸਮਝੋ, ਮੈਂ ਤਾਂ ਕਹਿੰਨੀ ਆ ਵੀ ਮਹੀਨੇ ਵਿੱਚ ਸਾਰਾ ਕੋਵਿਡ ਚੱਲ ਜਾਵੇ ਤੇ ਸਾਡੀ ਲਾਈਫ ਜਿੱਦਾਂ ਕੋਵਿਡ ਤੋਂ ਪਹਿਲਾਂ ਸੀਗੀ। ਜੇ ਬਿਲਕੁਲ ਪਹਿਲਾਂ ਨਹੀਂ ਸੀ, ਥੋੜਾ ਬਹੁਤ ਕੁਝ ਬਦਲ ਗਿਆ ਆ, ਪਰ ਫਿਰ ਵੀ ਅਸੀਂ ਇੱਕ ਦੂਸਰੇ ਨੂੰ ਮਿਲ ਸਕੀਏ, ਕੰਮ ਖੁੱਲ੍ਹ ਕਰਕੇ ਕਰ ਸਕੀਏ, ਤੇ ਆ ਜਿਹੜਾ ਡਰ ਮਨ ਵਿੱਚ ਰਹਿੰਦਾ ਹੈ ਆਪਣੇ ਬੱਚਿਆਂ ਲਈ, ਆਪਣੇ ਬਜ਼ੁਰਗਾਂ ਲਈ, ਉਹ ਥੋੜਾ ਕੰਮ ਹੋ ਜਾਵੇ। ਬਿਲਕੁਲ। ਔਰ ਸਪੈਸ਼ਲੀ ਜਿਹੜੇ ਲੋਕ ਇਸ ਵੇਲੇ ਵੈਕਸੀਨ ਪਾਸਪੋਰਟ ਤੋਂ ਡਰ ਰਹੇ ਨੇ, ਜਾਂ ਜਿਨ੍ਹਾਂ ਨੂੰ ਸਮਝ ਹੀ ਨਹੀਂ ਹੈ ਵੀ ਉਹ ਆਪਣਾ ਕੰਮ ਕਿਵੇਂ ਕਰੇਗਾ, ਪਲੀਜ਼ ਮੈਂ ਚਾਹਾਂਗੀ ਉਹਨਾਂ ਨੂੰ ਤੁਸੀਂ ਦੱਸ ਦਿਓ ਵੀ ਵੈਕਸੀਨ ਪਾਸਪੋਰਟ ਆਪਣਾ ਕੰਮ ਕਿਵੇਂ ਕਰੇਗਾ ਤੇ ਉਤੋਂ ਡਰਨ ਦੀ ਲੋੜ ਨਹੀਂ ਹੈਗੀ। ਦੇਖੋ, ਵੈਕਸੀਨ ਪਾਸਪੋਰਟ ਤੋਂ ਡਰਨ ਦੀ ਲੋੜ ਹੈ ਨਹੀਂਗੀ। ਜਿਸ ਤਰ੍ਹਾਂ ਮੈਨੂੰ ਪਤਾ ਲੱਗਾ, ਆਪਣੇ ਕੋਲ ਐਪ ਹੋਣਾ ਆ, ਉਹ ਐਪ ਤੁਸੀਂ ਦਿਖਾ ਲੈਣਾ ਆ, ਉਹਦੇ ਵਿੱਚ ਤੁਹਾਡਾ ਕੋਈ ਬਾਕੀ ਇਨਫੋਰਮੇਸ਼ਨ ਨਹੀਂ ਹੋਣਾ, ਇਹ ਹੀ ਹੋਣਾ
you're vaccinated. Yeah. ਐਂਡ ਉਹ ਦਿਖਾਲਣਾ ਦੇਖੋ ਹੁਣ ਆਪਾਂ ਨੂੰ ਬਹੁਤ ਕੁਝ ਦਿਖਾਲਣਾ ਪੈਂਦਾ ਆ ਜਦੋਂ ਲਿਕਰ ਸਟੋਰ ਨੂੰ ਜਾਈਦਾ ਹੈ ਉਹ ਤੁਹਾਨੂੰ ਪੁੱਛ ਸਕਦੇ ਵੀ ਆਪਣਾ ਡਰਾਈਵਰਸ ਲਾਇਸੈਂਸ ਦਿਖਾਓ ਬਿਲਕੁਲ ਰਾਈਟ ਆਪਣੀ ਏਜ ਪ੍ਰੂਵ ਕਰੋ ਅਸੀਂ ਦੂਸਰੇ ਮੁਲਕਾਂ ਨੂੰ ਜਾਈਦਾ ਫਿਰ ਵੀ ਸਾਨੂੰ ਟੀਕੇ ਲਵਾਉਣੇ ਪੈਂਦੇ ਆ ਵੈਕਸੀਨ ਦਿਖਾਲਣੀ ਪੈਂਦੀ ਆ ਵੀ ਸਾਡੇ ਲੱਗੀ ਆ ਜਦੋਂ ਸਾਡੇ ਇੱਥੇ ਬੱਚੇ ਜੰਮਦੇ ਆ ਉਹਨਾਂ ਨੂੰ ਅਸੀਂ ਵੈਕਸੀਨ ਦਵਾਈ ਦੀ ਆ ਉਹ ਵੈਕਸੀਨ ਸਾਨੂੰ ਸਕੂਲ ਦਿਖਾਲਣੀ ਪੈਂਦੀ ਆ ਜਦੋਂ ਬੱਚੇ ਸਕੂਲ 'ਚ ਦਾਖਲ ਹੁੰਦੇ ਆ ਸੋ ਇਹ ਇੰਨੀ ਵੱਡੀ ਗੱਲ ਹੈ ਨਹੀਂ ਗੀ ਪਰ ਕਈਆਂ ਲਈ ਹੈਗੀ ਆ ਤੇ ਮੈਂ ਉਹਨਾਂ ਦੀ ਰਿਸਪੈਕਟ ਵੀ ਕਰਦੀ ਆ ਪਰ ਉਹਨਾਂ ਨੂੰ ਵੀ ਰਿਸਪੈਕਟ ਕਰਨਾ ਪੈਣਾ ਆ ਇਟਸ ਅ ਟੂ ਵੇ ਸਟਰੀਟ ਵੀ ਜਿਹੜੇ ਡਰਦੇ ਆ ਇਸ ਵਕਤ ਉਹਨਾਂ ਲਈ ਇਹ ਵੈਕਸੀਨ ਪਾਸਪੋਰਟ ਬਹੁਤ ਹੀ ਜ਼ਰੂਰੀ ਹੈਗਾ ਵੀ ਲੋਕਾਂ ਨੂੰ ਕੌਨਫੀਡੈਂਸ ਦੇਣ ਨੂੰ ਵੀ ਅਸੀਂ ਫੇਰ ਇੱਕ ਵਾਰੀ ਆਪਣੀ ਲਾਈਫ ਜਿੱਦਾਂ ਅੱਗੇ ਸੀਗੀ ਉਦਾਂ ਗਾਂ ਚਲਾ ਸਕਦੇ ਆ ਮੈਂ ਕਈਆਂ ਨੂੰ ਪੁੱਛਿਆ ਹੁਣ what do you think of the passport passport ਕਹਿੰਦੇ ਦਾ but it's a proof of vaccination exactly certificate I ਕਹਿੰਦੇ ਮੈਨੂੰ ਇੰਨਾ ਖੁਸ਼ੀ ਹੋਈ ਆ ਵੀ ਜਦੋਂ ਕਿਸੇ ਜਗ੍ਹਾ ਜਾਵਾਂਗੇ ਪਤਾ ਤਾਂ ਹੋਊਗਾ ਵੀ ਜਿਹੜੇ ਇੱਥੇ ਸਾਡੇ ਨਾਲ ਹੁਣ ਖੜੇ ਆ ਮੈਂ ਇੱਕ ਆਪਣੇ ਫੰਕਸ਼ਨ ਸੀਗਾ ਉੱਥੇ ਗਈ ਸੀਗੀ ਤੇ ਉਹ ਕਹਿੰਦੇ ਵੀ ਡਰ ਲੱਗਦਾ ਪਤਾ ਨਹੀਂ ਕਿਹਦੇ ਨਾਲ ਜਾ ਕੇ ਮਿਲੀਏ ਕਿ ਕਿਹਦੇ ਨਾਲ ਨਾ ਮਿਲੀਏ ਵੀ ਕਿਹਨੂੰ ਵੈਕਸੀਨ ਲੱਗੀ ਕਿਹਨੂੰ ਨਹੀਂ ਵੈਕਸੀਨ ਲੱਗੀ ਤੇ ਆਪਣੇ ਦੇਖ ਲਓ ਹੁਣ ਵੈਡਿੰਗ ਸੀਜ਼ਨ ਚੱਲ ਰਿਹਾ ਆ ਬਹੁਤ ਸਾਰੇ ਫੰਕਸ਼ਨਸ ਹੋ ਰਹੇ ਆ ਸਾਰਿਆਂ ਦੇ ਮੂਹਰੇ ਇੱਕੋ ਹੀ ਬੇਨਤੀ ਹੈਗੀ ਆ ਪਲੀਜ਼ ਟੇਕ ਪ੍ਰੀਕਾਸ਼ਨਸ ਐਂਡ ਫੋਲੋ ਦ ਹੈਲਥ ਆਰਡਰਸ ਸੋ ਫਿਰ ਵਿਆਹ ਸ਼ਾਦੀਆਂ ਦੇ ਵਿੱਚ ਵੀ ਜਾਣ ਲੱਗੇ ਵੈਕਸੀਨ ਪਾਸਪੋਰਟ ਜ਼ਰੂਰੀ ਹੋਏਗਾ ਇਹ ਸਰਟੀਫਿਕੇਟ ਇਟਸ ਨਾਟ ਐਸੈਂਸ਼ੀਅਲ ਸੋ ਸੋ ਜਦੋਂ ਹੋਲ ਦੇ ਵਿੱਚ ਜਾਣਾ ਹੈ ਉੱਥੇ ਹੋਊਗਾ ਲਾਜ਼ਮੀ ਹੋਏਗਾ ਠੀਕ ਹੈ ਇਸ ਤੋਂ ਇਲਾਵਾ ਇੱਕ ਚਿੰਤਾ ਹੋਰ ਹੁਣ ਬਣ ਰਹੀ ਹੈ ਕਿ ਟਿਊਜ਼ਡੇ ਨੂੰ ਸਕੂਲ ਖੁੱਲਣ ਜਾ ਰਹੇ ਨੇ ਸੋ ਬੱਚਿਆਂ ਦੇ ਪੈਰੈਂਟਸ ਵੀ ਕਾਫੀ ਘਬਰਾ ਰਹੇ ਨੇ ਕਿਉਂਕਿ ਜਦੋਂ ਡਾਟਾ ਦੇਖ ਰਹੇ ਨੇ ਕੋਵਿਡ ਦਾ ਡੈਲਟਾ ਵੇਰੀਐਂਟ ਦਾ ਉਦੋਂ ਡਰ ਰਹੇ ਨੇ ਵੀ ਬੱਚੇ ਪਤਾ ਨਹੀਂ ਸਕੂਲ ਦੇ ਵਿੱਚ ਸਿਕਿਉਰ ਹੋਣਗੇ ਜਾਂ ਨਹੀਂ ਕੀ ਉੱਥੇ ਤਿਆਰੀਆਂ ਕੀਤੀਆਂ ਹੋਣਗੀਆਂ ਕਿਵੇਂ ਦੀ ਸੁਰੱਖਿਆ ਜਿਹੜੀ ਹੈ ਪ੍ਰੀਕਾਸ਼ਨਸ ਕਿੱਦਾਂ ਦੇ ਹੋਣਗੇ ਸੋ ਇਹਦੇ ਲਈ BC ਗਵਰਨਮੈਂਟ ਸਪੈਸ਼ਲੀ ਕਿਵੇਂ ਕੰਮ ਕਰ ਰਹੀ ਹੈ ਇਸ ਤੇ ਕਈ ਚੀਜ਼ਾਂ ਬਦਲ ਗਈਆਂ ਆ ਪਿਛਲੇ ਸਾਲ ਨਾਲ ਕੋਵਿਡ ਬੇਸ਼ੱਕ ਦੀ ਹਾਲੇ ਇੱਥੇ ਹੈਗਾ ਆ ਇੱਕ ਤਾਂ ਆਪਣੀ ਜਿਹੜੀ ਵੈਕਸੀਨ ਰੇਟ ਆ 84% ਤੇ ਹੋ ਗਿਆ ਤੇ ਵੈਕਸੀਨ ਜਿਹੜਾ ਸਟਾਫ ਸਕੂਲ ਵਿੱਚ ਕੰਮ ਕਰਦਾ ਆ ਉਹਨਾਂ ਦਾ ਵੈਕਸੀਨ ਰੇਟ ਇਜ਼ ਵੈਰੀ ਹਾਈ ਉਹਨਾਂ ਨੂੰ ਵੈਕਸੀਨ ਲੱਗੀ ਆ ਆਪਾਂ ਨੂੰ ਪਤਾ ਆ ਜਦੋਂ ਪਹਿਲਾਂ ਇਹ ਫੈਲਣ ਲੱਗਿਆ ਸਕੂਲਾਂ ਦੇ ਵਿੱਚ ਉਹ ਜਿਹੜੇ ਅਡਲਟ ਬਾਹਰੋਂ ਆਏ ਸੀਗੇ ਜਦੋਂ ਟ੍ਰੇਸਿੰਗ ਹੋ ਰਹੀ ਸੀਗੀ ਉਹਨਾਂ ਦੇ ਨਾਲ ਹੀ ਫੈਲ ਰਿਹਾ ਸੀਗਾ ਹੁਣ ਜਿਹੜੇ ਗ੍ਰੇਡ 4 to 12 ਹੈਗੇ ਆ ਉਹਨਾਂ ਲਈ ਮੈਂਡੇਟਰੀ ਮਾਸਕਿੰਗ ਐਟ ਆਲ ਟਾਈਮਸ ਹੈਗੀ ਆ ਸਕੂਲਾਂ ਦੇ ਵਿੱਚ ਬੋਥ ਫॉर द ਸਟਾਫ ਟੀਚਰਸ ਵਿਜ਼ਿਟਰਸ ਐਵਰੀਬਾਡੀ ਤੇ ਜਿਹੜੀ ਗਾਂ ਵੀ ਆਪਣੇ ਡਬਲ ਵੈਕਸੀਨ ਰਿਕੁਆਇਰਮੈਂਟ ਹੈ ਨਹੀਂ ਕਿਉਂਕਿ ਸਕੂਲ ਇਜ਼ ਕੰਸੀਡਰਡ ਐਸੈਂਸ਼ੀਅਲ ਐਸ ਵੈਲ ਪਰ ਫਿਰ ਵੀ ਜਿਹੜੇ ਉੱਥੇ ਵਿਜ਼ਿਟਰ ਜਾਣਗੇ I'm hoping they will only go in if they are double vaccinated K to 3 ਜਿਹੜੇ ਹੈਗੇ ਆ K to 4 ਜਿਹੜੇ 12 ਤੋਂ ਪਲੱਸ ਆ ਉਹਨਾਂ ਦੀ ਤਾਂ ਵੈਕਸੀਨ ਲੱਗ ਜਾਣੀ ਹੈ ਵਾਸਟ ਬਹੁਤ ਵੱਡੇ ਨੰਬਰ ਲਵਾ ਰਹੇ ਆ ਬਿਲਕੁਲ ਮੈਂ ਤਾਂ ਸੋਚਦੀ ਸੀ ਮੈਂ ਨੰਬਰ ਦੇਖੇ ਸੀਗੇ ਉਹ ਤਾਂ ਜਿਹੜੇ 20 ਤੋਂ 30 ਸਾਲਾਂ ਦੇ ਏਜ ਗਰੁੱਪ ਆ ਨਾ ਉਦੋਂ ਵੀ ਜ਼ਿਆਦਾ ਲੱਗ ਰਹੇ ਆ 12 ਤੋਂ 20 ਤੱਕ ਸੋ ਵਿਚ ਇਜ਼ ਗੁੱਡ ਨਿਊਜ਼ ਜੀ ਐਕੋ ਵੈਕਸੀਨ ਹਾਲੇ ਵੀ ਉਹ ਜਿਹੜੇ ਸਕੂਲਾਂ ਦੇ ਵਿੱਚ ਪਰਹੇਜ਼ ਰੱਖਣ ਦੀ ਲੋੜ ਹੈਗੀ ਆ ਵਾਸ਼ ਯੋਰ ਹੈਂਡਸ ਆਪਾਂ ਨੂੰ ਬੱਚਿਆਂ ਨੂੰ ਵੀ ਸਮਝਾਉਣਾ ਪੈਣਾ ਕਿਸ ਤਰੀਕੇ ਨਾਲ ਇੱਕ ਦੂਸਰੇ ਨਾਲ ਮਿਲਣਾ ਵਰਤਣਾ ਬਟ K to 3 ਤੱਕ ਹਾਲੇ ਤੱਕ ਵੀ ਮਾਸਕਸ ਮੈਂਡੇਟਰੀ ਨਹੀਂ ਹੈਗੇ ਬਟ ਫਿਰ ਵੀ ਕਈ ਸਕੂਲ ਉਹਨਾਂ ਨੂੰ ਰეკਮੈਂਡ ਕਰ ਰਹੇ ਆ ਜੀ ਮੈਨੂੰ ਆਪ ਪਤਾ ਆ ਪੈਰੈਂਟਸ ਦੇ ਵਿੱਚ ਡਰ ਬਹੁਤ ਆ ਇੱਕ ਤਾਂ ਜਦੋਂ ਸਕੂਲ ਨਵਾਂ ਖੁੱਲੇ ਨਾ ਨਿਊ ਸਕੂਲ ਈਅਰ ਸ਼ੁਰੂ ਤੋਂ ਹੀ ਪੈਰੈਂਟਸ ਨੂੰ ਬਹੁਤ ਡਰ ਹੋ ਜਾਂਦਾ ਤੇ ਬੱਚਿਆਂ ਨੂੰ ਵੀ ਉਹ ਜਿਹੜੀ ਸੈਪਰੇਸ਼ਨ ਐਂਗਜ਼ਾਇਟੀ ਆ ਜਾਂਦੀ ਹੈ ਐਗਜ਼ੈਕਟਲੀ ਕਿਉਂਕਿ ਕਾਫੀ ਸਮਾਂ ਆਨਲਾਈਨ ਕਲਾਸਾਂ ਦੀ ਆਦਤ ਪੈ ਗਈ ਹੁਣ ਸਕੂਲ ਦੇਖੋ ਕੋਵਿਡ ਤੋਂ ਪਹਿਲਾਂ ਵੀ ਆ ਜਿਹੜਾ ਪਹਿਲਾ ਹਫਤਾ ਹੁੰਦਾ ਸਕੂਲ ਦਾ ਨਾ ਬੇਸ਼ੱਕ ਦੀ ਤੁਸੀਂ ਸੈਕੰਡਰੀ ਜਾਂ ਐਲੀਮੈਂਟਰੀ ਜਾਂ ਕਿੰਡਰਗਾਰਟਨ ਆ ਬਹੁਤ ਵੱਡੀ ਐਂਗਜ਼ਾਇਟੀ ਵੀ ਹੁੰਦੀ ਆ ਐਕਸਾਈਟਮੈਂਟ ਵੀ ਹੁੰਦੀ ਆ ਦੋਨੋਂ ਚੀਜ਼ਾਂ ਹੁੰਦੀਆਂ ਬੱਚੇ ਖੁਸ਼ ਵੀ ਹੁੰਦੇ ਆ ਡਰਦੇ ਵੀ ਆ ਪੈਰੈਂਟਸ ਵੀ ਖੁਸ਼ ਵੀ ਹੁੰਦੇ ਵੀ ਸ਼ੁਕਰ ਹੋਇਆ ਬੱਚਿਆਂ ਨੇ ਸਕੂਲੇ ਚੱਲ ਜਾਣਾ ਪਰ ਫਿਰ ਇਹ ਵੀ ਲੱਗਣਾ ਵੀ ਸਾਡੇ ਬੱਚੇ ਠੀਕ ਵੀ ਰਹਿਣਗੇ ਸੋ ਇਹ ਮੈਂ ਸਮਝਦੀ ਆ ਮੇਰੇ ਕੋਲ ਵੀ ਜਿਹੜੀ ਪੜਦੋਤੀ ਹੈਗੀ ਆ ਉਹ ਵੀ ਹੁਣ 4 ਸਾਲ ਦੀ ਹੋ ਗਈ ਆ ਜਦੋਂ ਡੇ ਕੇਅਰਸ ਪਹਿਲਾਂ ਖੁੱਲੇ ਸੀਗੇ ਕੋਵਿਡ ਵਿੱਚ ਨਾ ਤੇ ਮੇਰੀ ਦੋਤੀ ਬਹੁਤ ਡਰਦੀ ਸੀ ਕਹਿੰਦੀ ਸੀ ਮੈਂ ਨਹੀਂ ਇਹਨੂੰ ਭੇਜਣਾ ਪਰ ਹੁਣ ਜਦੋਂ ਦੇਖਿਆ ਵੀ ਡੇ ਕੇਅਰ ਤਾਂ ਠੀਕ ਚੱਲ ਰਹੇ ਸੀਗੇ ਤੇ ਉਹ ਜਿਹੜੀ ਛੋਟੀ ਜਿਹੀ ਸੀਗੀ ਉਹ ਵੀ
ਘਰ ਵਿੱਚ ਰਹਿ ਕੇ ਬੋਰਡ ਜਿਹੀ ਹੋ ਗਈ ਸੀਗੀ, ਉਹਨੂੰ ਸਕੂਲ ਦੇ ਵਿੱਚ ਡੇ ਕੇਅਰ ਦੇ ਵਿੱਚ ਪਾ ਦਿੱਤਾ ਸੀ। ਸੋ ਉਹ ਡੇ ਕੇਅਰ ਵਿੱਚ ਜਾਂਦੀ ਰਹੀ ਆ ਪਿਛਲੇ ਸਾਲ ਦੇ ਵਿੱਚ, ਤੇ ਹੁਣ ਉਹਨ ਫੇਰ ਜਾਣਾ ਡੇ ਕੇਅਰ ਦੇ ਵਿੱਚ। ਸੋ ਪਰ ਫੇਰ ਵੀ ਬਾਜੀ ਵੇਲੇ ਡਰ ਲੱਗਦਾ ਆ ਬਿਲਕੁਲ ਵੀ ਉਹਨਾਂ ਦੇ ਨਾ ਵੈਕਸੀਨ ਲੱਗ ਸਕਦੀ ਆ, ਐਗਜ਼ੈਕਟਲੀ, ਨਾ ਮਾਸਕ ਬੱਚੇ ਕੈਰੀ ਕਰ ਸਕਦੇ। ਦੇਖੋ ਉਹ ਜਦੋਂ ਸਾਡੇ ਨਾਲ ਤਾਂ ਹੁੰਦੀ ਆ, ਉਹਨੂੰ ਪਤਾ ਹੈ ਵੀ ਜਦੋਂ ਉਹ ਆਪਣੀ ਮਮ ਨਾਲ ਸ਼ਾਪਿੰਗ ਜਾਂਦੀ ਆ ਮਾਸਕ ਪਹਿਨ ਲੈਂਦੀ ਆ, ਬੱਚੇ ਗੇਮ ਜਿਹੀ ਬਣਾ ਲੈਂਦੇ ਆ ਨਾ। ਬਟ ਹੁਣ ਗਾਂ ਤਾਂ ਵੀ ਹੈਵ ਟੂ ਲਿਸਨ ਟੂ ਦ ਡੇਟਾ। ਤੇ ਕੱਲ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ। ਇੱਕ ਪੀਓ ਸੀਗਾ, ਉਹਦਾ ਇੰਟਰਵਿਊ ਹੋ ਰਿਹਾ ਸੀਗਾ, ਤੇ ਉਹਦੇ ਬੱਚੇ ਨੂੰ ਹਾਰਟ ਕੰਪਲਿਕੇਸ਼ਨਸ ਆ। ਉਹ ਕਹਿੰਦਾ ਮੈਂ ਤਾਂ ਹਨਾ ਵਿਸ਼ਵਾਸ ਕਰਕੇ ਹੈਲਥ ਐਂਡ ਸਾਇੰਸ ਤੇ ਆਪਣੀ ਬੱਚੀ ਨੂੰ ਸਕੂਲੇ ਭੇਜ ਰਿਹਾ ਆ। ਕਹਿੰਦਾ ਮੈਂ ਭੇਜਣਾ ਨਹੀਂ ਸੀ ਚਾਹੁੰਦਾ, ਪਰ ਮੈਨੂੰ ਪਤਾ ਆ ਵੀ ਮੇਰੀ ਬੱਚੀ ਲਈ ਸਕੂਲ ਕਿੰਨਾ ਇੰਪੋਰਟੈਂਟ ਆ। ਸਿਰਫ ਲਿਖਣ ਪੜ੍ਹਨ ਲਈ ਨਹੀਂ, ਉਹ ਤਾਂ ਆਪਾਂ ਘਰ ਵੀ ਸਿਖਾ ਸਕਦੇ ਆ। ਸੋਸ਼ਲ ਡਿਵੈਲਪਮੈਂਟ, ਇੰਟੈਲੈਕਚੁਅਲ ਡਿਵੈਲਪਮੈਂਟ, ਇਮੋਸ਼ਨਲ ਡਿਵੈਲਪਮੈਂਟ, ਉਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਬੱਚਿਆਂ ਨੂੰ। ਆਪਾਂ ਨੂੰ ਪਤਾ ਆ ਸਾਰਿਆਂ ਦੇ ਉੱਪਰ ਮੈਂਟਲ ਇਸ਼ੂਜ਼ ਬਹੁਤ ਹੋ ਗਏ ਨੇ, ਮੈਂਟਲ ਪ੍ਰੈਸ਼ਰ, ਪਰ ਜਿਹੜੇ ਬੱਚੇ ਆ ਇੱਕ ਦੂਸਰੇ ਨਾਲ ਕਿੱਦਾਂ ਰਹਿਣਾ, ਕਿੱਦਾਂ ਬੋਲਣਾ, ਬਹੁਤ ਕੁਛ ਉਹ ਸਕੂਲ ਸਿੱਖਦੇ ਆ। ਸੋ ਪਰ ਮੈਂ ਪੇਰੈਂਟਸ ਦੀ ਤੇ ਟੀਚਰਸ ਦੀ ਐਂਗਜ਼ਾਇਟੀ ਨੂੰ ਪੂਰੀ ਤਰ੍ਹਾਂ ਸਮਝਦੀ ਹਾਂ, ਕਰਕੇ ਸਾਰੀ ਉਮਰ ਇਸ ਕੰਮ ਤੋਂ ਬਾਅਦ ਤਾਂ ਮੈਂ ਟੀਚਿੰਗ ਹੀ ਕੀਤੀ ਆ। ਐਗਜ਼ੈਕਟਲੀ, ਤੁਸੀਂ ਖੁਦ ਟੀਚਰ ਰਹੇ ਹੋ। ਜਦੋਂ ਮੈਂ ਟੀਚਰਸ ਨਾਲ ਵੀ ਗੱਲ ਕਰਦੀ ਆ ਜਿਹੜੇ ਵੀ ਮੇਰੇ ਇਲਾਕੇ ਵਿੱਚ ਰਹਿੰਦੇ ਆ, ਉਹ ਵੀ ਕਹਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਕੂਲ ਬੰਦ ਕਰ ਦਿਓ, ਸਾਨੂੰ ਪਤਾ ਬੱਚਿਆਂ ਲਈ ਸਕੂਲ ਕਿੰਨੇ ਇੰਪੋਰਟੈਂਟ ਆ। ਉਹਨਾਂ ਦੇ ਮਨਾਂ ਵਿੱਚ ਵੀ ਡਰ ਹੈਗਾ ਆ, ਉਹਨਾਂ ਟੀਚਰਾਂ ਦੇ ਵਿੱਚ ਜਿਹੜੇ ਆਪ ਇਮਿਊਨ ਡਿਫੀਸ਼ੀਐਂਟ ਹੈਗੇ ਆ, ਉਹਨਾਂ ਕੋਲ ਹੈਲਥ ਇਸ਼ੂਜ਼ ਜਾਂ ਇਮਿਊਨ ਇਸ਼ੂਜ਼ ਹੋਣ। ਸੋ ਆਪਾਂ ਨੂੰ ਸਾਰੇ ਪਾਸਿਆਂ ਤੋਂ ਸਮਝਣਾ ਪੈਣਾ ਆ। ਪਰ ਐਂਡ ਆਫ ਦ ਡੇ ਡਾਕਟਰ ਬੌਨੀ ਹੈਨਰੀ ਐਂਡ ਦ ਹੈਲਥ ਸਾਇੰਸ ਉਹ ਡਰਾਈਵ ਕਰ ਰਹੇ ਆ ਵੀ ਰੂਲਸ ਐਂਡ ਰੈਗੂਲੇਸ਼ਨਸ, ਇਹ ਮੈਂ ਉਹਨਾਂ ਤੇ ਹੀ ਰਹਿਣ ਦੇਣਾ ਆ। ਜੀ ਜੀ ਬਿਲਕੁਲ ਠੀਕ ਹੈ। ਜਿਹਨੇ ਜੀ ਹੁਣ ਇੱਕ ਬਤੌਰ ਐਮਐਲਏ ਵੀ ਤੇ ਬਤੌਰ ਇੱਕ ਟੀਚਰ ਹੋਣ ਦੇ ਨਾਤੇ ਵੀ ਇਹ ਸਵਾਲ ਤੁਹਾਡੇ ਲਈ, ਕਿਉਂਕਿ ਜਦੋਂ ਸਾਡੇ ਕੋਲ ਲਿਬਰਲ ਦੇ ਨੁਮਾਇੰਦੇ ਬੈਠ ਰਹੇ ਸੀ, ਸਪੈਸ਼ਲੀ ਜਦੋਂ ਇਸ਼ੂਜ਼ ਦੇ ਉੱਤੇ ਗੱਲ ਹੋ ਰਹੀ ਸੀਗੀ ਔਰ ਕੈਨੇਡੀਅਨ ਇਸ਼ੂਜ਼ ਦੇ ਉੱਤੇ, ਤਾਂ ਉਸ ਵੇਲੇ ਜਿਹੜੇ ਲੋਕਲ ਇਸ਼ੂ ਹੈ ਉਹ ਉਹਨਾਂ ਨੂੰ ਪੁੱਛੇ ਜਾ ਰਹੇ ਸੀ, ਤਾਂ ਉਹ ਬਾਰ-ਬਾਰ ਇੱਕੋ ਗੱਲ ਕਹਿ ਰਹੇ ਸੀ ਵੀ ਇਹ ਲੋਕਲ ਲੈਵਲ ਦੇ ਉੱਤੇ ਜਿਹੜਾ ਲੋਕਲ ਸਰਕਾਰ ਹੈ ਇਹ ਉਹਨਾਂ ਦਾ ਮੁੱਦਾ ਹੈ, ਉਹਨਾਂ ਨੇ ਹੱਲ ਕਰਨਾ ਹੈ, ਅਸੀਂ ਇਹਦੇ ਲਈ ਨਹੀਂ, ਅਸੀਂ ਸਿਰਫ ਫੰਡਿੰਗ ਦਾ ਇਸ਼ੂ ਹੈਂਡਲ ਕਰ ਸਕਦੇ ਹਾਂ। ਹੁਣ ਇਹਦੇ 'ਚ ਦੱਸਿਓ ਵੀ ਕੀ ਕਲੈਰਿਟੀ ਹੈ। ਹੁਣ ਲੋਕਲ ਲੈਵਲ ਦੇ ਉੱਤੇ ਤੁਸੀਂ ਬੈਠੇ ਹੋ ਤਾਂ ਇਸ਼ੂ ਬਹੁਤ ਵੱਡਾ ਹੈ। ਕਈ ਪੈਰੈਂਟਸ ਇੱਦਾਂ ਦੇ ਨੇ ਜਿਹੜੇ ਕਿ ਸ਼ਿਕਾਇਤਾਂ ਕਰਦੇ ਨੇ, ਜਿਹੜੇ ਕਹਿੰਦੇ ਨੇ ਕਿ ਸਰੀ ਦੇ ਵਿੱਚ ਜਿਹੜਾ ਇਸ ਵੇਲੇ ਸਾਨੂੰ ਸਾਡੇ ਬੱਚਿਆਂ ਵਾਸਤੇ ਇੱਕ ਮੈਡੀਕਲ ਸਕੂਲ, ਮੈਡੀਕਲ ਕਾਲਜ ਦੇ ਵਿੱਚ ਇੱਦਾਂ ਦੀ ਲੋੜ ਹੈ ਜਿਹੜੀ ਕਿ ਕੋਰਸ ਬੱਚੇ ਚੁਣਦੇ ਨੇ ਬਟ ਉਹਨਾਂ ਨੂੰ ਇੱਥੇ ਮਿਲਦੇ ਨਹੀਂ ਹੈ, ਜਿਹਦੇ ਕਰਕੇ ਉਹਨਾਂ ਨੂੰ ਹੋਰ ਜਗ੍ਹਾ ਦੇ ਉੱਤੇ ਜਾ ਕੇ ਐਡਮਿਸ਼ਨ ਲੈਣੀ ਪੈਂਦੀ ਹੈ। ਸੋ ਕਹਿੰਦੇ ਲੋਕਲ ਲੈਵਲ ਦੇ ਉੱਤੇ ਸਾਡੇ ਬੱਚਿਆਂ ਨੂੰ ਇਹ ਫੈਸਿਲਿਟੀ ਕਿਉਂ ਨਹੀਂ ਮਿਲਦੀ ਕਿ ਮੈਡੀਕਲ ਕੋਰਸਿਸ ਜਿਹੜੇ ਨੇ ਉਹਨਾਂ ਨੂੰ ਮਿਲਦੇ ਨਹੀਂ ਹੈ। ਇਹਦੇ ਵਾਸਤੇ ਪ੍ਰੋਵਿੰਸ ਦੇ ਵਿੱਚ ਕੁਝ ਕਿਉਂ ਨਹੀਂ ਸੋਚਿਆ ਜਾ ਰਿਹਾ, ਸੂਬਾ ਸਰਕਾਰ ਇਹਦੇ ਲਈ ਕਿਉਂ ਨਹੀਂ ਸੋਚ ਰਹੀ। ਸਪੈਸ਼ਲੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਇਲੈਕਸ਼ਨਸ ਹੋਏ ਸੀ ਤੇ ਖਾਸ ਤੌਰ ਤੇ ਇਸ ਗੱਲ ਦੇ ਉੱਤੇ, ਐਜੂਕੇਸ਼ਨ ਵਾਲੀ ਗੱਲ ਦੇ ਉੱਤੇ ਤਵੱਜੋ ਰੱਖੀ ਗਈ ਸੀਗੀ ਔਰ ਇਹ ਕਿਹਾ ਗਿਆ ਸੀ ਵੀ ਅਸੀਂ ਮਸਲਾ ਹੱਲ ਕਰਾਂਗੇ, ਬਟ ਸਿੰਸ ਇਹ ਹੱਲ ਨਹੀਂ ਹੋ ਰਿਹਾ। ਸੋ ਇਹਦੇ ਤੇ ਦੱਸੋ ਵੀ ਹੁਣ ਕੀ ਹੈ ਵੀ ਇਹ ਲੋਕਲ ਲੈਵਲ ਦਾ ਮੁੱਦਾ ਤੇ ਲੋਕਲ ਲੈਵਲ ਦੇ ਉੱਤੇ ਇਸ ਤੇ ਕੀ ਚੱਲ ਰਿਹਾ। ਓਕੇ, ਆਪਾਂ ਪੋਸਟ ਸੈਕੰਡਰੀ ਦੀ ਗੱਲ ਕਰ ਰਹੇ ਹਾਂ। ਬਿਲਕੁਲ ਇਹ ਮੁੱਦਾ ਮੋਰੇ ਰੱਖਿਆ ਗਿਆ ਸੀਗਾ। BC ਦੇ ਵਿੱਚ ਸਿਰਫ ਇੱਕ ਮੈਡੀਕਲ ਸਕੂਲ ਸੀ, UBC ਦੇ ਵਿੱਚ, ਉੱਥੇ ਲਿਮਿਟਿਡ ਨੰਬਰ ਆਫ ਸੀਟਸ ਹੈਗੀਆਂ ਆ, ਤੇ ਆਪਾਂ ਨੂੰ ਇੱਥੇ ਹੋਰ ਡਾਕਟਰਸ ਦੀ ਜ਼ਰੂਰਤ ਵੀ ਹੈਗੀ ਆ। ਆਦਤ ਪੈ ਗਈ ਕੈਨੇਡਾ ਨੂੰ ਬਾਹਰੋਂ ਡਾਕਟਰ ਲੈ ਕੇ ਆਉਣ ਦੀ ਕਈ ਸਾਲਾਂ ਦੇ ਵਿੱਚ, ਪਰ ਸਾਨੂੰ ਇੱਥੇ ਆਪਣੇ ਹੈਲਥ ਪ੍ਰੋਫੈਸ਼ਨਲ ਗਰੋ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ। ਇਸ ਕਰਕੇ ਸਾਡੀ ਸਰਕਾਰ ਨੇ ਐਕਸਟਰਾ ਨਰਸਿੰਗ ਸੀਟਸ, ਐਕਸਟਰਾ ਲੌਂਗ ਟਰਮ ਕੇਅਰ ਅਟੈਂਡੈਂਟ ਸੀਟਸ, LPC ਸੀਟਸ ਵੀ ਬਣਾਈਆਂ ਆ। ਹਾਂਜੀ, अर्ਲੀ ਚਾਈਲਡਹੁੱਡ ਐਜੂਕੇਟਰਸ ਲਈ ਵੀ ਐਕਸਟਰਾ ਸੀਟਸ ਬਣਾਈਆਂ ਆ। ਤੇ ਸਾਡਾ ਵਾਅਦਾ ਸੀਗਾ ਵੀ ਇੱਕ ਹੋਰ ਮੈਡੀਕਲ ਸਕੂਲ ਖੁੱਲੇਗਾ BC ਦੇ ਵਿੱਚ, ਜਿਹੜਾ ਸਿਚੁਏਟ ਹੋਊਗਾ ਸਰੀ ਦੇ ਵਿੱਚ। ਉਹ ਹੋ ਗਿਆ ਆ, ਉਹ ਇਹ ਨਹੀਂ ਵੀ ਹੋਊਗਾ, ਉਹ ਸ਼ੁਰੂਆਤ ਹੋ ਗਈ ਆ। ਪਹਿਲਾਂ ਤਾਂ ਥੋੜੇ ਨੰਬਰ ਆ, ਉਹ ਵੱਧ ਜਾਊਗਾ ਟਾਈਮ ਦੇ ਨਾਲ, ਕਿਉਂਕਿ ਕੋਰਸ ਉਹ ਕਹਿੰਦੇ ਜਦੋਂ ਚੁਣਦੇ ਕੋਰਸ ਉਹਨਾਂ ਨੂੰ ਮਿਲ ਨਹੀਂ ਰਹੇ। ਸੋ ਕਹਿੰਦੇ ਉਹਦੇ ਲਈ ਸਾਨੂੰ ਬਹੁਤ ਦਿੱਕਤ ਹੁੰਦੀ। ਆਫਟਰ ਆਲ ਜਦੋਂ ਕੋਰਸ ਨਹੀਂ ਮਿਲੂਗਾ ਤੇ ਬੱਚਾ ਫੇਰ ਹੋਰ ਕਿਤੇ ਜਾਏਗਾ, ਸਰੀ ਤੋਂ ਬਾਹਰ ਜਾਏਗਾ। ਮੈਡੀਕਲ ਸਕੂਲ ਸੀਟਸ ਆ ਲਿਮਿਟਡ। ਜਦੋਂ ਤੁਹਾਡੇ ਲਿਮਿਟਡ ਸੀਟ ਵਿੱਚ ਤੁਹਾਨੂੰ ਜਗ੍ਹਾ ਮਿਲ ਗਈ ਆ, then you're going to get your courses, right? But ਕੋਈ ਮਿੱਠੀ ਗੋਲੀ ਹੈ ਨਹੀਂ ਵੀ ਕੋਈ ਵੀ ਸਰਕਾਰ ਆ ਕੇ ਇੱਕਦਮ
ਮੈਡੀਕਲ ਸਕੂਲ 100% ਚਾਲੂ ਕਰ ਦੇਵੇ, ਪਰ ਉਹ ਸ਼ੁਰੂ ਹੋ ਗਿਆ ਹੈ। ਬਿਲਕੁਲ ਇਨਟੇਕ ਇਜ਼ ਬੀਇੰਗ ਡਨ ਈਵਨ ਨਾਓ। ਜੀ, ਜਿਹੜੀ ਗੱਲ ਤੁਸੀਂ ਕਹੀ ਵੀ ਬਾਹਰੋਂ ਡਾਕਟਰ ਲਿਆਉਣ ਦੀ ਜਿਹੜੀ ਆਦਤ ਪੈ ਗਈ, ਇਹ ਤਾਂ ਪੈਰੈਂਟਸ ਵੀ ਕਹਿੰਦੇ ਨੇ। ਉਹ ਕਹਿੰਦੇ ਸਾਡੇ ਬੱਚੇ ਜਿਹੜੇ ਕੈਨੇਡੀਅਨ ਨੇ, ਜਿਨ੍ਹਾਂ ਦਾ ਹੱਕ ਬਣਦਾ, ਰਾਈਟ ਹੈ ਉਹਨਾਂ ਦਾ ਵੀ, ਉਹ ਇੱਥੇ ਸਟੱਡੀ ਕਰ ਰਹੇ ਨੇ ਸਾਰਾ ਕੁਝ, ਸੋ ਕਹਿੰਦੇ ਉਹਨਾਂ ਨੂੰ ਜਦੋਂ ਸੀਟਾਂ ਨਹੀਂ ਮਿਲਦੀਆਂ ਉਹ ਇੱਕ ਡਿਪਰੈਸ਼ਨ 'ਚ ਵੀ ਜਾਂਦੇ ਨੇ। ਉਹਨਾਂ ਨੂੰ ਇੱਕ ਮੈਂਟਲੀ ਡਿਪਰੈਸ਼ਨ, ਕਿਉਂਕਿ ਚੰਗੇ ਖਾਸੇ ਉਹਨਾਂ ਦੇ ਮਾਰਕਸ ਹੁੰਦੇ ਨੇ, ਅੱਛੀ ਖਾਸੀ ਰੈਂਕਿੰਗ ਦੇ ਵਿੱਚ ਆਉਂਦੇ ਨੇ, ਬਟ ਸੀਟਾਂ ਨਾ ਮਿਲਣ ਕਰਕੇ ਬਾਹਰ ਚਲੇ ਜਾਂਦੇ ਨੇ। ਮੈਂ ਸਹਿਮਤ ਹਾਂ ਪੈਰੈਂਟਸ ਦੇ ਨਾਲ। ਆਪਾਂ ਨੂੰ ਮੈਡੀਕਲ ਸਪੇਸਿਸ ਬਹੁਤ ਪਹਿਲਾਂ ਹਾਂਜੀ ਗਰੋ ਕਰਨੀਆਂ ਚਾਹੀਦੀਆਂ ਸੀਗੀਆਂ। ਤੁਹਾਨੂੰ ਦੇਖ ਕੇ ਵੀ ਕਿੱਦਾਂ ਸਾਡਾ ਪੋਪੂਲੇਸ਼ਨ ਵਧਣਾ, ਕਿੱਦਾਂ ਲੋੜਾਂ ਹੋਣੀਆਂ ਆ, ਉਸ ਤਰੀਕੇ ਦੇ ਨਾਲ ਡੇਟਾ ਬੇਸਡ ਗਰੋਥ ਕਰਨੀ ਚਾਹੀਦੀ ਆ। ਜਿਹੜੀ ਜਦੋਂ ਲਿਬਰਲ ਸਰਕਾਰ ਸੀਗੀ, BC ਲਿਬਰਲਸ, ਜਦੋਂ BC ਲਿਬਰਲ ਸਰਕਾਰ ਬੈਠੀ ਸੀਗੀ, ਉਹਨਾਂ ਨੇ ਇਹ ਗੱਲਾਂ ਤੇ ਸੋਚ ਨਹੀਂ ਸੀ ਪਾਇਆ। ਇੱਕ ਸਾਡੇ ਲੋਕਾਂ ਦੇ ਮਨ ਵਿੱਚ ਇਹ ਵੀ ਹੈਗਾ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ, ਬਿਲਕੁਲ ਸ਼ਾਇਦ ਉਹ ਜਗ੍ਹਾ ਲੈ ਰਹੇ ਆ। ਪਰ ਜਿਸ ਤਰ੍ਹਾਂ ਜਦੋਂ ਵੀ ਸਾਡੀ ਯੂਨੀਵਰਸਿਟੀਜ਼ ਦੇ ਨਾਲ ਗੱਲ ਹੁੰਦੀ ਆ, ਉਹ ਕਹਿੰਦੇ ਉਹ ਜਿਹੜੇ ਪੈਸੇ ਸਾਨੂੰ ਮਿਲਦੇ ਆ ਇੰਟਰਨੈਸ਼ਨਲ ਸਟੂਡੈਂਟਸ ਤੋਂ, ਉਹਦੇ ਨਾਲ ਅਸੀਂ ਹੋਰ ਸੀਟਸ ਬਣਾਈ ਦੀਆਂ ਆ ਇੱਥੇ ਦੇ ਸਟੂਡੈਂਟਸ ਲਈ। ਇਹਨਾਂ ਦੋਨਾਂ ਦੇ ਵਿੱਚ ਸੱਚ ਹੈਗਾ ਆ, ਦੋਨੋਂ ਪਾਸਿਆਂ ਦੇ ਵਿੱਚ, ਰਾਈਟ। ਸੋ ਇਹ ਤਾਂ ਹੁਣ ਆਪਣੇ ਕੋਲ ਬਹੁਤ ਵੱਡਾ ਮਸਲਾ ਹੈਗਾ, ਜਿਹਦਾ ਹੱਲ ਵੀ ਆਪਾਂ ਨੂੰ ਟੋਲਣਾ ਪੈਣਾ ਆ। ਪਰ ਇਹ ਇੰਟਰਨੈਸ਼ਨਲ ਸਟੂਡੈਂਟਸ ਦਾ ਮਸਲਾ ਹੈ ਨਹੀਂਗਾ, ਇਹ ਹੱਲ ਹੈਗਾ ਆ ਸ਼ੋਰਟੇਜ ਆਫ ਸਪੇਸਿਸ। ਉਹਨੂੰ ਜਿਸ ਤਰ੍ਹਾਂ ਹੁਣ BC ਗਰੋ ਕਰ ਰਹੀ ਆ, ਬਾਕੀਆਂ ਨੇ ਵੀ ਕਰਨਾ ਆ। ਪਰ ਇੱਕ ਇਹ ਵੀ ਹੈਗਾ ਹੀ ਆ ਵੀ ਡਿਮਾਂਡ ਜਿਹੜੀ ਹੈਗੀ ਆ ਆਪਣੀ ਕਮਿਊਨਿਟੀ ਵਿੱਚ, ਸਪੈਸ਼ਲੀ ਫॉर ਦੀ ਟੂ ਬੀ ਅ ਡਾਕਟਰ, ਇਸ ਬਿਗ। ਔਰ ਨਾ ਸਿਰਫ ਮੈਡੀਕਲ ਦੀ ਗੱਲ ਕਰ ਰਹੇ, ਮੈਡੀਕਲ ਅਦਾਰੇ ਦੇ ਵਿੱਚ ਇੱਥੇ ਲਾਅ ਦਾ ਵੀ ਇਹੀ ਇਸ਼ੂ ਆ ਰਿਹਾ ਵੀ ਲਾਅ ਕਰਨ ਲਈ ਵੀ ਬੱਚਿਆਂ ਨੂੰ ਨਹੀਂ ਸੀਟਾਂ ਮਿਲਦੀਆਂ। ਕਾਫੀ ਬੱਚੇ ਬਾਹਰ ਜਾਂਦੇ ਆ ਉਹਨਾਂ ਦੇ, ਕਿਉਂਕਿ ਉਹ ਵੇਟ ਕਰਨ ਨੂੰ ਤਿਆਰ ਨਹੀਂ 1 ਸਾਲ ਲਈ। ਕਈ ਕਰਕੇ ਉਹਨਾਂ ਦੇ ਮਾਰਕਸ ਹਾਲੇ ਡਿਫੀਸ਼ੀਐਂਟ ਹੁੰਦੇ ਆ, ਉਹ ਕਹਿੰਦੇ ਵੀ ਅਸੀਂ ਇਦੋਂ ਬਾਹਰ ਹੀ ਜਾ ਕੇ ਕੋਰਸ ਕਰਕੇ। ਕਈ ਬਾਹਰ ਚਲ ਜਾਂਦੀ ਆ, ਕਿਉਂਕਿ ਤੁਸੀਂ ਇੰਗਲੈਂਡ ਜਾਂਦੇ ਤਾਂ ਕੋਰਸ ਇਜ਼ ਅ ਲੋਟ ਸ਼ੋਰਟਰ। ਤੁਸੀਂ ਉੱਥੇ ਰੋ ਕਰਕੇ ਆ ਕੇ ਫਿਰ ਇੱਥੇ ਵਾਪਸ ਆ ਕੇ ਤੁਹਾਨੂੰ ਅਕ੍ਰੈਡੀਟੇਸ਼ਨ ਤਾਂ ਇੱਥੇ ਵੀ ਆ ਕੇ ਲੈਣਾ ਪੈਂਦਾ ਆ, ਉਹ ਫਿਰ ਇੱਥੋਂ ਆ ਕੇ ਲੈ ਲੈਂਦੇ ਆ। ਸੋ ਬਹੁਤ ਸਾਰੇ ਡਿਫਰੈਂਟ ਕਾਰਨ ਹੈਗੇ ਆ, ਲੋਕ ਬਾਹਰ ਜਾਂਦੇ ਆ ਪੜ੍ਹਨ ਨੂੰ। ਪਰ ਜਿਹੜੇ ਲੋਕਾਂ ਨੂੰ ਮਜਬੂਰਨ ਜਾਣਾ ਪੈਂਦਾ ਆ, ਮੈਂ ਉਹਨਾਂ ਦੇ ਨਾਲ ਸਹਿਮਤ ਹੈਗੀ ਆ ਵੀ ਸਾਨੂੰ ਇੱਥੇ ਹੋਰ ਸੀਟਸ ਗਰੋ ਕਰਨਾ ਚਾਹੀਦਾ ਆ। ਪਰ ਮੈਂ ਇਹ ਵੀ ਕਹੂੰਗੀ, ਮੈਂ ਦੇਖਿਆ, ਮੈਂ ਇੰਡੀਆ ਵਿੱਚ ਵੀ ਦੇਖਿਆ, ਜਦੋਂ ਲੋਕ ਆਪਣੇ ਬੱਚੇ ਕੱਢ ਕੇ ਨਾ ਪ੍ਰਾਈਵੇਟ ਸਕੂਲਾਂ 'ਚ ਪਾਉਣ ਲੱਗ ਪਏ, ਜਿਹੜੇ ਪਿੰਡਾਂ ਵਾਲੇ ਸਕੂਲ ਸੀਗੇ ਉੱਥੇ ਤਾਂ ਕੋਈ ਰਹਿ ਹੀ ਨਹੀਂ ਗਿਆ। ਉੱਥੇ ਤਾਂ ਉਹੀ ਰਹਿ ਗਿਆ, ਗਰੀਬਾਂ ਤੋਂ ਗਰੀਬ ਜਿਹੜੇ ਬੱਚੇ ਸੀਗੇ। ਤੇ ਉੱਥੇ ਫਿਰ ਸਰਕਾਰ ਨੇ ਵੀ ਇੰਨਾ ਧਿਆਨ ਨਹੀਂ ਦਿੱਤਾ। ਸੋ ਆਪਾਂ ਨੂੰ ਜੇ ਇਹ ਮਸਲਾ ਹੈਗਾ ਆ, ਇੱਥੇ ਬੈਠ ਕੇ pressure governments, pressure universities to grow more spaces। ਤੇ ਇੱਕ ਜ਼ਰੂਰ ਮੈਂ ਗੱਲ ਕਹੂੰਗੀ, ਹਰ ਇੱਕ ਮਾਂ ਪਿਓ ਚਾਹੁੰਦਾ ਵੀ ਸਾਡਾ ਬੱਚਾ ਜਾਂ ਡਾਕਟਰ ਬਣੇ ਜਾਂ ਲਾਇਰ ਬਣੇ। ਪਰ ਮੈਂ ਹਰੇਕ ਦੇ ਮੂਹਰੇ ਕੋਈ ਬੇਨਤੀ ਕਰਦੀ ਹਾਂ, ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਵੀ ਸੁਣੋ ਵੀ ਉਹ ਕੀ ਬਣਨਾ ਚਾਹੁੰਦੇ ਆ, ਤੇ ਉਹਨਾਂ ਨੂੰ ਵੀ ਓਪਰਚ्युनिटी ਦੇਵੋ। ਬਿਲਕੁਲ ਆਪਣੇ ਨਾਲ ਕਾਲਰਸ ਦੇ ਵਿੱਚ ਪੈਰੈਂਟਸ। ਬਰਾੜ ਸਾਹਿਬ, ਤੁਹਾਡਾ ਫੋਨ ਮੈਂ ਅਟੈਂਡ ਨਹੀਂ ਕਰ ਪਾਈ, ਤੁਸੀਂ ਕਾਲ ਦੁਬਾਰਾ ਕਰ ਸਕਦੇ ਹੋ। ਸੋ ਮੈਨੂੰ ਲੱਗਦਾ ਕੁਝ ਪੈਰੈਂਟਸ ਹੀ ਆਪਣੇ ਨਾਲ ਜੁੜਨ ਜਾ ਰਹੇ ਨੇ, ਜਿਨ੍ਹਾਂ ਦੀ ਵਾਕਈ ਇਸ ਲੈਵਲ ਦੇ ਉੱਤੇ ਕਈ ਵਾਰੀ ਇਹਨਾਂ ਨੇ ਪਹਿਲਾਂ ਵੀ ਕਾਲ ਕੀਤੀ ਹੈ ਸ਼ੋਅ ਦੇ ਵਿੱਚ, ਇਹ ਮੁੱਦਾ ਹਮੇਸ਼ਾ ਚੁੱਕਦੇ ਵੀ ਨੇ। ਸੋ ਇਹਨਾਂ ਦੀ ਕਾਲ ਦੁਬਾਰਾ ਤੁਹਾਡੀ ਆਪਾਂ ਅਟੈਂਡ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਜੀ। ਆਪਣਾ ਤੁਹਾਡੇ ਗੈਸਟ ਜਿੰਨੀ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਤੁਸੀਂ ਵਧੀਆ ਵੈਸੇ ਸਵਾਲ ਉਠਾਇਆ, ਕਿਉਂਕਿ ਲਾਸਟ ਟਾਈਮ ਮੈਂ ਹੀ ਕਾਲ ਕੀਤੀ ਸੀ ਜਦੋਂ ਤੁਹਾਡੇ MP ਆਏ ਸੀ, ਤਾਂ ਉਹਨਾਂ ਨੇ ਕਿਹਾ ਸੀਗਾ ਜਿਹੜਾ ਠੀਕ ਆ, ਮੈਂ ਤਾਂ ਵੈਸੇ ਮੈਨੂੰ ਪਤਾ ਸੀਗਾ ਵੀ ਇਹਨਾਂ ਦਾ ਮੁੱਦਾ ਹੈ ਨਹੀਂ, ਪਰ ਇਹ ਆਪਣੇ ਪ੍ਰੋਗਰਾਮ ਤੇ ਮੈਂ ਸਵਾਲ ਉਠਾਇਆ ਸੀਗਾ, ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਸੀ ਵੀ ਤੁਸੀਂ ਪ੍ਰੋਵਿੰਸ਼ਲ ਜਿਹੜਾ ਕੈਂਡੀਡੇਟ ਆਊਗਾ ਕੋਈ ਉਹਨੂੰ ਇਹ ਸਵਾਲ ਕਰਿਓ। ਹੁਣ ਤੁਸੀਂ ਇਹ ਕਰ ਹੀ ਦਿੱਤਾ। ਮੈਂ ਥੋੜਾ ਜਿਹਾ ਇਹਦੀ ਡਿਟੇਲ 'ਚ ਹੋਰ ਜਾਣਾ ਮੰਗਦਾ, ਕਿਉਂਕਿ ਜਿੰਨੀ ਜੀ ਤਾਂ ਆਪ ਟੀਚਿੰਗ ਲਾਈਨ ਦੇ ਵਿੱਚ ਰਹੇ ਔਰ ਟੀਚਰ ਯੂਨੀਅਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਔਰ ਕਾਫੀ ਹਾਰਡ ਵਰਕ ਕਰਦੇ ਆ, ਔਰ ਇਹਨਾਂ ਨੂੰ ਇਹ ਬਹੁਤ ਸੀਰੀਅਸ ਲੈਣਾ ਪੈਣਾ ਮਾਮਲਾ, ਕਿਉਂਕਿ ਪਹਿਲਾਂ ਆਪਣੇ ਹੁਣ ਜਿਹੜਾ ਇਹਨਾਂ ਦੀ ਇੰਟਰਵਿਊ ਸੀ ਉਹਦੇ ਵਿੱਚ ਆਪ ਹੀ ਦੱਸਿਆ ਕਿ ਮੈਡੀਕਲ ਸਾਇੰਸ ਦੇ ਉੱਤੇ ਲੋਕਾਂ ਦਾ ਜਿਹੜਾ ਬਲੀਵ ਆ ਉਹ ਬਹੁਤ ਦੂਰ ਚਲਿਆ ਗਿਆ। ਉਹ ਇੱਕ ਬਹੁਤ ਵੱਡਾ ਰੀਜ਼ਨ ਬਣ ਜਾਂਦਾ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ, ਰਿਸਰਚ ਕਰਦੇ ਆ ਅੱਜ ਦੇ ਯੁੱਗ ਦੇ ਵਿੱਚ, ਉਹ ਵੀ ਇਹ ਚੀਜ਼ ਦੱਸਦੇ ਕਿ ਡਾਕਟਰਾਂ ਤੋਂ ਲੋਕ ਪਰੇ ਜਾ ਰਹੇ ਆ। ਈਵਨ ਤੁਸੀਂ, ਮੈਂ BC ਦੀ ਨਹੀਂ ਗੱਲ ਕਰੂੰ, ਮੈਨੀਟੋਬਾ ਦੇ ਵਿੱਚ ਜ਼ਿਆਦਾ ਆਪਣੇ ਲੋਕ ਆ ਜਿਹੜੇ ਰਹਿੰਦੇ ਬਸਤੀਆਂ ਦੇ ਵਿੱਚ, ਤਾਂ ਉਹ ਤਾਂ ਡਾਕਟਰਾਂ ਨੂੰ ਬਿਲਕੁਲ ਲਾਈਕ ਹੀ ਨਹੀਂ ਕਰਦੇ। ਸੋ ਇਹਦਾ ਰੀਜ਼ਨ ਜਾ ਕੇ ਮੁੱਕਦਾ ਚੀਜ਼ ਤੇ ਜਾ ਕੇ ਹੈ ਕਿ ਸਾਡਾ ਜਿਹੜਾ ਸਿਸਟਮ ਹੈ, ਇੱਕ ਤਾਂ ਇਹਨਾਂ ਨੂੰ
ਜਿੰਨੀ ਜਿਹਨੂੰ ਮੰਨਣਾ ਪਊਗਾ ਇਹ ਮੰਨ ਕੇ ਜਾਣ ਵੀ ਸਿਸਟਮ ਜ਼ਰੂਰ ਫਲੱਡ ਹੋਇਆ ਹੋਇਆ। ਮੈਂ ਅੱਗੇ 2 ਐਮਪੀਆਂ ਨੂੰ ਤੁਹਾਡਿਆਂ ਨੂੰ ਇਹ ਸਵਾਲ ਕੀਤਾ ਸੀ ਪਰ ਉਹ ਗੋਲ-ਮੋਲ ਗੱਲ ਕਰ ਗਏ, ਪਰ ਇਹ ਇਹਨਾਂ ਨੂੰ ਮੰਨਣਾ ਪਊਗਾ ਕਿਉਂਕਿ ਇਹ ਮੇਰਾ ਵੀ ਰਾਈਟਸ ਆ, ਮੈਂ ਕੈਨੇਡੀਅਨ ਸਿਟੀਜ਼ਨ ਆ ਔਰ ਇੱਥੇ ਰਹਿ ਰਿਹਾ, ਮੈਂ ਵੀ ਆਪਦੇ ਬੱਚੇ ਗਰੋ ਅਪ ਕੀਤੇ ਆ ਜੀ। ਹੁਣ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਲਈ ਸਮੱਸਿਆ ਕੈਨੇਡੀਅਨ ਬੱਚਿਆਂ ਲਈ, ਮੈਂ ਕਿਸੇ ਦੇ ਅਗੇਂਸਟ ਨਹੀਂ, ਇਹ ਵੀ ਮੈਂ ਆਪਦੇ ਕਮੈਂਟ ਦੇ ਵਿੱਚ ਕਹਿਣਾ ਮੰਨਦਾ। ਕੱਲ ਨੂੰ ਕੋਈ ਮੈਨੂੰ ਕਹੇ ਵੀ ਤੁਸੀਂ ਇਮੀਗ੍ਰੇਸ਼ਨ ਦੇ ਉਲਟਾ, ਨਹੀਂ, ਇਮੀਗ੍ਰੇਸ਼ਨ ਵੀ ਪਾਰਟ ਆਫ ਕੈਨੇਡਾ ਦਾ ਬਹੁਤ ਵੱਡਾ ਇਕਨੋਮਿਕਸ ਰਿਸੋਰਸ ਹੈ, ਪਰ ਜਿਹੜੇ ਕੈਨੇਡੀਅਨ ਬੱਚੇ ਆ ਜਦੋਂ ਇੱਥੇ ਉਹ ਜਨਮ ਲੈ ਲੈਂਦੇ ਆ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਇੰਡੀਆ ਅਸੀਂ ਕਿੱਥੋਂ ਦੇ ਆ ਬੱਚਿਆਂ ਨੂੰ, ਕਿਉਂਕਿ ਹੁਣ ਤਾਂ ਅਸੀਂ ਇਹਨੂੰ ਅਪਣਾ ਲਿਆ, ਆਪਣਾ ਦੇਸ਼ ਬਣਾ ਲਿਆ। ਪਰ ਜਦੋਂ ਮੈਡੀਕਲ ਦੀ, ਹੁਣ ਤੁਸੀਂ UBC ਦੀ ਮੈਡੀਕਲ ਸੀਟਾਂ ਦੀ ਲੈ ਲਓ, ਤਾਂ 300 ਤੋਂ ਵੀ ਥੱਲੇ ਇਹਨਾਂ ਦੀਆਂ ਸੀਟਾਂ, ਤੇ ਐਪਲੀਕੇਸ਼ਨ ਜਦੋਂ ਰੈਸੀਡੈਂਸ ਦੀ ਤਾਂ 1100 ਤੱਕ ਐਪਲੀਕੇਸ਼ਨ ਜਾਂਦੀ ਹੈ। ਮੈਂ ਕਿਸੇ ਯੂਨੀਵਰਸਿਟੀ ਦੇ ਖਿਲਾਫ ਨਹੀਂ, ਪਰ ਸਾਡੇ ਬੱਚੇ ਆ ਜਿਹੜੇ ਕੈਨੇਡੀਅਨ ਜੰਮੇ ਹੋਏ ਉਹ ਉਸ ਬੋਟ ਦੇ ਵਿੱਚ ਤਾਰ ਦਿੱਤੇ ਜਾਂਦੇ ਆ। ਜਿਹੜਾ ਹੁਣੇ ਤੁਸੀਂ ਸਵਾਲ ਕਰਕੇ ਹਟੇ ਸੀ ਕਿ ਬੱਚਿਆਂ ਦੇ ਉੱਤੇ ਡਿਪਰੈਸ਼ਨ ਚਲਿਆ ਜਾਂਦਾ, ਉਹ ਫਿਰ ਸੁਸਾਈਡ ਨੂੰ ਕਮਿਟਮੈਂਟ ਕਰ ਲੈਂਦੇ ਆ। ਹੁੰਦੀਆਂ ਸੁਸਾਈਡਾਂ, ਤੁਸੀਂ ਇੰਡੀਆ ਦੀ ਯੂਨੀਵਰਸਿਟੀ ਵੇਖੋ ਮਨੀਪਾਲ ਦੇ ਵਿੱਚ, ਉਹਦੀਆਂ ਅੰਕੜੇ ਦੇਖੋ, ਉੱਥੇ 2-3 ਬੰਦੇ ਸੁਸਾਈਡ ਹੋਏ ਕੈਲੀਫੋਰਨੀਆ ਤੋਂ ਸਟੂਡੈਂਟ ਗਏ, ਉਹਨਾਂ ਨੇ ਛਾਲਾਂ ਮਾਰਤੀਆਂ ਉੱਤੋਂ, ਕਿਉਂਕਿ ਜਦੋਂ ਉਹਨਾਂ ਨੇ ਬੈਕ ਆਉਣਾ ਹੁੰਦਾ, ਠੀਕ ਆ, ਉਹਨਾਂ ਦੇ ਨਾਲ 50 ਬੱਚੇ। ਮੈਂ ਕਿਸੇ ਬਾਹਰਲੇ ਡਾਕਟਰ ਦੇ ਖਿਲਾਫ ਨਹੀਂ ਜਾਂ ਲਾਇਰ ਦੇ ਖਿਲਾਫ ਨਹੀਂਗਾ, ਪਰ ਇਦੋਂ ਤਾਂ ਸਾਡੇ ਸਿਸਟਮ ਨਾਲ ਤਾਂ ਇੰਡੀਆ ਹੀ ਬੈਟਰ ਆ, ਉੱਥੇ ਬੰਦਾ ਆਪਣੀ ਚੁਆਇਸ ਤਾਂ ਪੂਰੀ ਕਰ ਲੈਂਦਾ। ਹੁਣ ਇੱਥੇ ਇੱਕ ਬੱਚਾ ਹੈ, ਉਹਦੀ ਜੀਪੇ ਵੀ ਬਹੁਤ ਹਾਈ ਆ, ਉਹਦਾ ਵਲੰਟੀਅਰ, ਮੈਂ ਇੱਥੇ ਬੱਚਿਆਂ ਨੂੰ ਜਾਣਦਾ, ਮੈਂ ਉਹਨਾਂ ਨੂੰ ਮਿਲਿਆ ਪਰਸਨਲੀ, ਉਹਨਾਂ ਨੇ 4-4 ਮਹੀਨੇ ਜਾ ਕੇ ਅਫਰੀਕਾ ਦੇ ਵਿੱਚ ਵਲੰਟੀਅਰ ਕੰਮ ਕੀਤਾ ਔਰ ਉਹ ਟੌਪ ਸਟੂਡੈਂਟ ਸੀ, ਪਰ ਉਹ ਛੱਡ ਗਏ। ਉਹਨਾਂ ਨੂੰ ਜਦੋਂ ਮੈਂ ਪੁੱਛਿਆ ਤੁਸੀਂ ਟਰਾਈ ਨਹੀਂ ਕਰ ਰਹੇ, ਜਿਵੇਂ ਤੁਸੀਂ ਹੁਣ ਕਹਿ ਕੇ ਹਟੇ ਵੀ 1 ਸਾਲ ਦੀ ਵੇਟਿੰਗ ਨਹੀਂ, ਮੇਰੇ ਕੋਲ ਇੱਕ ਸਟੂਡੈਂਟ ਇੱਥੇ ਬੈਠਾ, ਉਹਨੂੰ 3 ਸਾਲ ਹੋ ਗਏ ਵੇਟ ਕਰਦੇ ਉਹਨੂੰ UBC ਦੇ ਵਿੱਚ ਮੈਡੀਕਲ ਫੀਲਡ ਦੇ ਵਿੱਚ ਜਾਣ ਦੇ ਲਈ। ਇਹ ਚੀਜ਼ਾਂ ਇੱਕ ਆਪਾਂ ਹਸਪੀਟਲ ਬਣਾ ਦਾਂਗੇ, ਹਸਪੀਟਲ ਦੇ ਵਿੱਚ ਡਾਕਟਰ ਆ ਜਾਣਗੇ। ਅੱਜ ਤੁਸੀਂ ਡਾਕਟਰਾਂ ਦੀ ਸਿਚੁਏਸ਼ਨ ਦੇਖੋ, ਡਾਕਟਰ ਤਾਂ ਆਪ ਡਿਪਰੈਸ਼ਨ 'ਚ ਗਏ ਹੋਏ ਆ। ਕਿੰਨੇ ਫੈਮਿਲੀ ਫਿਜ਼ੀਸ਼ੀਅਨ ਜਿਹੜੇ ਛੱਡ ਕੇ ਡਾਕਟਰੀ ਦਾ ਮੈਡੀਕਲ ਫੀਲਡ ਛੱਡ ਕੇ ਹੋਰ ਪਾਸੇ ਚਲੇ ਗਏ, ਕਿਉਂਕਿ ਉਹਨਾਂ ਤੇ ਵੀ ਕੈਪਿੰਗ ਲੱਗੀ ਹੋਈ ਆ। ਆਪਾਂ ਕਹਿੰਦੇ ਡਾਕਟਰ ਬਹੁਤ ਪੈਸੇ ਬਣਾਉਂਦੇ, ਡਾਕਟਰਾਂ ਦੇ ਫੀਲਡ ਨੂੰ ਜਾਂ ਉਹਨਾਂ ਨੂੰ ਦੇਖੋ ਤਾਂ ਸਹੀ ਵੀ ਉਹਨਾਂ ਦਾ ਹਾਲ ਕੀ ਆ। ਜਿਵੇਂ ਤੁਸੀਂ ਹੁਣ ਆਪ ਹੀ ਦੱਸ ਕੇ ਹਟੇ ਵੀ ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਆਪਣੀ ਮੌਤ, ਕਈ ਡਾਕਟਰਾਂ ਨੇ ਮੌਤ ਵੀ ਖਰੀਦੀ। ਮੈਂ ਇੱਕ ਬੱਚੇ ਨੂੰ ਜਾਣਦਾ ਅਮਰੀਕਾ ਦੇ ਵਿੱਚ, ਉਹਦੀ ਰੈਸੀਡੈਂਸੀ 6 ਸਾਲ ਦੀ ਸੀਗੀ, ਮੇਰੀਆਂ ਅੱਖਾਂ 'ਚੋਂ ਪਾਣੀ ਆ ਜਾਂਦਾ, ਉਹ ਲਾਸਟ ਈਅਰ ਖਤਮ ਹੋ ਗਿਆ। ਰਾਈਟ, ਉਹਨਾਂ ਦੇ ਮਾਂ ਪਿਓ ਦਾ ਕੀ ਹਾਲ ਹੋਊਗਾ ਜਿਨ੍ਹਾਂ ਨੇ ਆਪਦੇ ਬੱਚੇ ਨੂੰ 34, 35, 36 ਸਾਲ ਦਾ ਹੋ ਗਿਆ ਸੀ। ਇਹ ਜਿਹੜਾ ਸਾਨੂੰ ਬੜਾ ਮੁੱਦਾ, ਕਿਉਂਕਿ ਡਿਪਰੈਸ਼ਨ ਤਾਂ ਹੁਣ ਤੁਸੀਂ ਦੇਖ ਲਓ 2024 ਦੇ ਵਿੱਚ ਮੈਂਟਲੀ ਬਹੁਤ ਹੋ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਮੈਂ ਆਸ ਕਰਦਾ ਤੁਸੀਂ ਜਰੂਰ ਮੈਨੂੰ ਇਹਨਾਂ ਗੱਲਾਂ ਦੇ ਉੱਤੇ ਚਾਨਣਾ ਪਾਓ। ਬਿਲਕੁਲ ਬਰਾੜ ਸਾਹਿਬ ਜੀ, ਬਿਲਕੁਲ ਜਿਨੇ ਜੀ ਆਪਣੇ ਨਾਲ ਜੁੜੇ ਨੇ, ਇਸ ਸਵਾਲ ਦਾ ਆਪਾਂ ਜਵਾਬ ਲੈਣੇ ਉਹਨਾਂ ਕੋਲੋਂ। ਥੈਂਕ ਯੂ ਸੋ ਮਚ ਬਰਾੜ ਸਾਹਿਬ ਜੀ। ਜਿਨੇ ਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਵੀ ਕਰਕੇ ਤੁਸੀਂ ਇਹ ਮੁੱਦਾ ਚੁੱਕਦੇ ਆ। ਆਪਣੇ ਕੋਲ ਡਾਕਟਰਸ ਸ਼ੋਰਟੇਜ ਹੈਗੀ ਆ, ਇਹ ਤਾਂ ਮੰਨਣਾ ਪੈਣਾ ਆ। ਮੈਂ ਜਦੋਂ ਸਰੀ ਵਿੱਚ ਆਈ ਸੀਗੀ ਤੇ ਮੈਨੂੰ ਡਾਕਟਰ ਫਾਈਂਡ ਕਰਨ ਨੂੰ ਮੈਨੂੰ 3 ਸਾਲ ਲੱਗ ਗਏ ਸੀ, ਨਾਲੇ ਮੈਂ ਉਦੋਂ MP ਸੀਗੀ, ਰਾਈਟ, ਤੇ ਉਦੋਂ ਮੈਨੂੰ ਐਂਡ ਤੇ ਜਾ ਕੇ ਡਾਕਟਰ ਮਿਲਿਆ। ਹੁਣ ਉਹ ਵੀ ਰਿਟਾਇਰਡ ਹੋ ਗਏ ਆ, ਰਾਈਟ, ਹੁਣ ਫਿਰ ਮੈਂ ਵਿਦਆਊਟ ਅ ਡਾਕਟਰ ਆ। ਤੇ ਸੋ ਇੱਕ ਤਾਂ ਜਿਹੜੀ ਤੁਸੀਂ ਗੱਲ ਕਹੀ ਆ ਵੀ ਮੈਂ ਮੰਨਦੀ ਆ ਵੀ ਇਸ ਵਕਤ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਆਏ ਆ, ਉਹਨਾਂ ਦੀ ਐਂਟਰੀ ਡਿਪੈਂਡੈਂਟ ਹੁੰਦੀ ਆ ਫੈਡਰਲ ਗਵਰਨਮੈਂਟ ਤੇ। ਮੈਂ ਗੱਲ ਟਾਲਣਾ ਨਹੀਂ ਚਾਹੁੰਦੀ, ਅੱਗੇ ਮੈਂ ਕ੍ਰਿਟਿਕ ਸੀਗੀ ਇਸ ਏਰੀਆ ਦਾ, ਮੈਨੂੰ ਸਾਰਾ ਗੱਲ ਦਾ ਪਤਾ ਆ। ਜਿਹੜੀ ਪੋਸਟ ਸੈਕੰਡਰੀ ਆ, ਇਹ ਬਹੁਤ ਸੌਖਾ ਕਹਿਣਾ ਇਹ ਮੁੱਦਾ ਹੈਗਾ ਆ ਪ੍ਰੋਵਿੰਸ ਦਾ, ਬਟ ਫੰਡਿੰਗ ਸਟਿਲ ਕਮਸ ਫਰਮ ਦ ਫੈਡਰਲ ਗਵਰਨਮੈਂਟ। ਸੋ ਕੀ ਫੰਡਿੰਗ ਫਿਰ ਨਹੀਂ ਆਉਂਦੀ? ਫੰਡਿੰਗ ਇਜ਼, ਦੇਖੋ ਸਰਕਾਰਾਂ ਕੋਲ ਇੰਨੇ ਪੈਸੇ ਹੁੰਦੇ ਆ, ਉਹ ਪ੍ਰਾਇੋਰਿਟੀ ਸੈੱਟ ਕਰਦੇ ਆ, ਬਟ ਜਿਹੜਾ ਹੈਲਥ ਸੈਕਟਰ ਹੈਗਾ ਆ ਫੋਰ ਡਾਕਟਰਸ, ਬਹੁਤ ਸਾਲ ਲੰਘ ਗਏ ਆ ਜਿੱਥੇ BC ਨੇ ਇੱਕ ਮੈਡੀਕਲ ਸਕੂਲ ਦੇ ਨਾਲ ਸਾਰਿਆ ਆ, ਤੇ ਜਿੱਥੇ ਨੰਬਰ ਵੀ ਬਹੁਤ ਕਮ ਸੀਗੇ, ਜਿੱਦਾਂ ਆਪਾਂ ਕਿਹਾ ਆ। ਹੁਣ ਉਹਨੂੰ ਆਪਾਂ ਗਰੋ ਕਰ ਰਹੇ ਆ। ਉਹਦੇ ਲਈ ਕੋਈ ਮਿੱਠੀ ਗੋਲੀ ਹੈ ਨਹੀਂ ਵੀ 2 ਦਿਨਾਂ ਵਿੱਚ ਉਹ ਇੱਕਦਮ ਡਬਲ ਸਾਈਜ਼ ਹੋ ਜਾਣਾ, ਉਹ ਗਰੋ ਤੱਕ ਹੋ ਜਾਣਾ ਹੌਲੀ ਹੌਲੀ। ਇਨ ਦ ਮੀਨ ਟਾਈਮ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਕੋਲ ਡਾਕਟਰਸ ਆਉਂਦੇ ਆ, ਉਹਨਾਂ ਲਈ ਵੀ ਆਪਾਂ ਨੂੰ ਇੱਥੇ ਪ੍ਰੋਗਰਾਮ ਚਾਹੀਦੇ ਵੀ ਜਿਹਦੇ ਨਾਲ ਉਹਨਾਂ ਨੂੰ ਰੈਜ਼ੀਡੈਂਸੀ ਮਿਲੇ ਤੇ ਉਹ ਫਿਰ ਆਪਣਾ ਕੰਮ ਇੱਥੇ ਕਰ ਸਕਣ। ਸੋ ਇਹ ਹੈਲਥ ਮਿਨਿਸਟਰ ਡਿਕਸ ਇਜ਼ ਵੈਰੀ ਕੌਨਸ਼ੀਅਸ ਆਫ ਦਿਸ। ਇਹ ਸਾਡੀ ਸਿਸਟਮ ਦਾ ਫੇਲੀਅਰ ਹੈਗਾ ਆ ਪਿਛਲੇ 20 ਸਾਲਾਂ ਦਾ।
ਵੀ ਅਸੀਂ ਇਹਦਾ ਵੀ ਜਿਹੜੀਆਂ ਕਮੀਆਂ ਸੀਗੀਆਂ ਨਹੀਂ ਪੂਰੀਆਂ ਕਰ ਸਕੇ। ਤੇ ਮੈਂ ਬਹੁਤ ਬੱਚਿਆਂ ਦੀ ਰਿਸਪੈਕਟ ਕਰਦੀ ਹਾਂ ਜਿਹੜੇ ਪੜ੍ਹਾਈ ਮਨ ਲਾ ਕੇ ਕਰਦੇ ਆ ਜੀ ਬਿਲਕੁਲ, ਤੇ ਜਿਹੜੇ ਮਾਪਿਓ ਵੀ ਉਹਨਾਂ ਨੂੰ ਇੰਨਾ ਸਾਥ ਦਿੰਦੇ ਆ। ਤੇ ਮੈਂ ਉਹਨਾਂ ਦੇ ਨਾਲ ਸਹਿਮਤ ਵੀ ਹੈਗੀ ਆ। ਮੇਰੇ ਕੋਲ ਬਹੁਤ ਸਾਰੇ ਆਏ ਮੇਰੇ ਆਫਿਸ ਵਿੱਚ ਵੀ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਕੋਲ ਜਿਹੜੇ ਕਦੀ ਦੂਰ ਵੀ ਨਹੀਂ ਸੀ ਰਹੇ ਉਹਨਾਂ ਨੂੰ ਦੂਸਰੇ ਮੁਲਕਾਂ ਵਿੱਚ ਭੇਜ ਕੇ ਪੜ੍ਹਾਇਆ ਜੀ। ਤੇ ਸੋ ਹੁਣ ਅਸੀਂ ਕੁਝ ਕਰ ਰਹੇ ਆ, ਪਰ ਪ੍ਰੈਸ਼ਰ ਸਦਾ ਹੀ ਕਮਿਊਨਿਟੀ ਦਾ ਹੋਣਾ ਚਾਹੀਦਾ ਆ, ਸਰਕਾਰਾਂ ਤੇ ਵੀ। ਤੇ ਮੈਂ ਇਹੋ ਹੀ ਕਹੂੰਗੀ ਵੀ ਤੁਸੀਂ ਬਹੁਤ ਵਧੀਆ ਤਰੀਕੇ ਨੇ ਕਿਹਾ ਵੀ ਕੈਨੇਡਾ ਸਾਡਾ ਆ। ਮੇਰਾ ਜਨਮ ਇੰਡੀਆ 'ਚ ਹੋਇਆ ਸੀ, ਮੇਰੀ ਪਰਵਰਿਸ਼ ਇੰਗਲੈਂਡ ਵਿੱਚ ਹੋਈ ਸੀਗੀ, ਪਰ ਮੈਂ ਕੈਨੇਡਾ ਨੂੰ ਅਪਣਾਇਆ। ਹੁਣ ਇਹ ਮੇਰਾ ਮੁਲਕ ਆ। ਜਿੱਦਾਂ ਸਾਡੇ ਮਾਂ ਪਿਓ ਛੱਡ ਕੇ ਆਏ ਸੀਗੇ ਇੰਡੀਆ ਨੂੰ ਨਾ ਫॉर ਇਕਨੋਮਿਕ ਰੀਜ਼ਨਸ, ਉਹ ਤਾਂ ਆਏ ਸੀਗੇ ਇੰਗਲੈਂਡ ਨੂੰ। ਅਸੀਂ ਗਾਂ ਆ ਗਏ ਉੱਥੇ ਈਨੋਕ ਪਾਵਲ ਦਾ ਏਰਾ ਸੀਗਾ, ਬਹੁਤ ਹੀ ਰੇਸਿਸਟ ਇਸ਼ੂਜ਼ ਹੋ ਰਹੇ ਸੀਗੇ, ਅਸੀਂ ਕੈਨੇਡਾ ਵੱਲ ਨੂੰ ਆ ਗਏ। ਪਰ ਮੈਂ ਬਾਜੇ ਵੇਲੇ ਸੋਚਦੀ ਹੁੰਨੀ ਆ ਇੱਥੋਂ ਸਾਡੇ ਬੱਚੇ ਕਿੱਧਰ ਜਾਣਗੇ। ਹੁਣ ਟਾਈਮ ਆ ਗਿਆ ਵੀ ਅਸੀਂ ਇੱਥੇ ਖੜੇ ਹੋ ਕੇ ਇਸ ਮੁਲਕ ਨੂੰ ਸੁਧਾਰੀਏ ਵੀ ਜਿਹੜੀਆਂ ਕਮੀਆਂ ਅਸੀਂ ਦੂਸਰੇ ਜਗ੍ਹਾ 'ਚ ਦੇਖੀਆਂ ਆ ਉਹਨਾਂ ਨੂੰ ਇੱਥੇ ਨਾ ਲੈ ਕੇ ਆਈਏ। ਸਪੈਸ਼ਲੀ ਕੋਵਿਡ ਦੌਰਾਨ ਐਡੇ ਵੱਡੇ ਜਦੋਂ ਪੈਂਡੈਮਿਕ ਸਾਡੇ ਉੱਤੇ ਆ ਗਿਆ ਤੇ ਉਦੋਂ ਡਾਕਟਰਾਂ ਦੀ ਕਮੀ ਅਸੀਂ ਦੇਖੀ। ਪਰ ਅਸੀਂ ਇਹ ਵੀ ਸਾਨੂੰ ਸੋਚਣਾ ਪੈਣਾ ਜਿਹੜਾ ਇਮੀਗ੍ਰੇਸ਼ਨ ਇਸ਼ੂ ਹੈਗਾ ਬਹੁਤ ਹੀ ਸੈਂਸਿਟਿਵ ਇਸ਼ੂਜ਼ ਹੈਗਾ ਆ। ਮੈਂ ਤਾਂ ਫੈਡਰਲ ਸਰਕਾਰ ਦੇ ਮੂਹਰੇ ਕੋਈ ਬੇਨਤੀ ਕਰਦੀ ਹੁੰਦੀ ਸਦਾ ਹੀ, ਇੱਕ ਕੰਮ ਉਹਨਾਂ ਨੂੰ ਕਰਨਾ ਹੀ ਪੈਣਾ ਆ, ਉਹਦੀ ਮੰਗ ਸਾਰਿਆਂ ਦੀ ਹੋਣੀ ਚਾਹੀਦੀ ਆ, ਉਹ ਹੈਗੀ ਆ ਫੈਮਿਲੀ ਰੀਯੂਨੀਫਿਕੇਸ਼ਨ। ਜੀ, family reunification should be reinstated, should not be a lottery system. And if we had that, a lot of the labor issues we have today, बहुत सारे labor issues ਹੈਗੇ ਆ ਜਿਹੜਿਆਂ ਦੀ ਆਪਾਂ ਨੂੰ ਹੱਲ ਰੱਜ ਪੈਣਾ ਆ when family class, when the family comes together, we saw, ਅਸੀਂ ਦੇਖ ਲਿਆ ਸੀਗਾ 70 ਦੇ ਵਿੱਚ ਜਦੋਂ ਫੈਮਿਲੀ ਇਕੱਠੀ ਆਉਂਦੀ ਆ ਨਾ ਉਹ ਬਾਹਰ ਕਾਂ ਜਾ ਕੇ ਕੰਮ ਕਰਦੇ, ਆਪਣੇ ਪੈਰੀ ਖੜੇ ਹੋਣ ਦੀ ਕੋਸ਼ਿਸ਼ ਕਰਦੇ ਆ। ਇਸ ਵਕਤ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦਾ ਕਸੂਰ ਹੈ ਨਹੀਂ, ਮੈਂ ਕਹੂੰਗੀ ਕਸੂਰ ਐਂਡ ਤੇ ਹੈਗਾ ਆ ਸਰਕਾਰ ਦਾ। ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਂਦਾ, ਪਰ ਅਸੀਂ ਮੋਰੇ ਉਹ ਚੀਜ਼ਾਂ ਨਹੀਂ ਰੱਖੀਆਂ ਵੀ ਪੜ੍ਹਾਈ ਕਿਸ ਤਰ੍ਹਾਂ ਹੋ ਰਹੀ ਆ। ਆਪਾਂ ਨੂੰ ਪਤਾ ਸਰੀ ਦੇ ਵਿੱਚ ਕਾਫੀ ਬੱਚੇ ਹੈਗੇ ਆ ਜਿਹੜੇ ਪੜ੍ਹਨ ਨੂੰ ਨਹੀਂ ਆਏ, ਉਹ ਤਾਂ ਰਸਤਾ ਟੋਲ ਰਹੇ ਆ ਪਰਮਨੈਂਟ ਰੈਜ਼ੀਡੈਂਸੀ ਲਈ। ਇਸ ਕਰਕੇ ਆਪਾਂ ਨੂੰ ਕੋਈ ਰਸਤਾ ਐਸਾ ਬਣਾਈਏ ਜਿਹੜਾ ਸਹੀ ਤਰੀਕੇ ਦੇ ਨਾਲ ਇੱਥੇ ਆ ਕੇ ਲੋਕਾਂ ਨੂੰ ਪਰਮਨੈਂਟ ਰੈਜ਼ੀਡੈਂਸੀ ਮਿਲ ਜਾਵੇ ਤੇ ਉਹਦਾ ਅਸਰ ਇਦਾਂ ਵੀ ਨਾ ਪਵੇ ਵੀ ਸਕੂਲ ਦੇ ਵਿੱਚ ਬੱਚੇ ਰਜਿਸਟਰ ਵਿੱਚ ਹੋਏ ਆ ਪਰ ਕਲਾਸਾਂ ਨੂੰ ਜਾਂਦੇ ਨੇ। ਪਰ ਜਿਹੜੇ ਸਾਡੇ ਸਟੂਡੈਂਟਸ ਇੱਥੇ ਆਏ ਆ ਉਹ ਬਹੁਤ ਤਕਲੀਫਾਂ ਸਹਿ ਕੇ ਆਪਣੇ ਘਰਾਂ ਦੀਆਂ ਜ਼ਮੀਨਾਂ ਰੱਖ ਕੇ ਇੱਥੇ ਪਹੁੰਚੇ ਆ। ਤੇ ਜਿਹੜੇ ਸਾਡੀ ਆਪਾਂ ਇੱਥੇ ਸਾਰੇ ਰਹਿੰਦੇ ਆ, ਸਾਡਾ ਫਰਜ਼ ਵੀ ਬਣਦਾ ਆ ਵੀ ਜਦੋਂ ਕੰਮ ਤੇ ਜਾਂਦੇ ਆ ਉਹਨਾਂ ਨੂੰ ਠੀਕ ਪੇ ਮਿਲੇ ਅਕੋਰਡਿੰਗ ਟੂ ਦ ਰੂਲਸ ਤੇ ਉਹਨਾਂ ਦਾ ਠੀਕ ਕੰਮ ਮਿਲੇ। ਤੇ ਇੱਕ ਗੱਲ ਮੈਂ ਜ਼ਰੂਰ ਕਹੂੰਗੀ, ਬਹੁਤ ਸਾਰੇ ਮੈਨੂੰ ਆ ਕੇ ਕਹਿ ਦਿੰਦੇ ਸਟੂਡੈਂਟਸ ਨੇ ਆ ਕੇ ਕਿਰਾਇਆ ਵਧਾ ਦਿੱਤਾ ਬੇਸਮੈਂਟਾਂ ਦਾ, ਬਿਲਕੁਲ ਗਲਤ। ਹਾਂ ਬਿਲਕੁਲ, ਸਟੂਡੈਂਟਸ ਕਿਰਾਇਆ ਕੌਣ ਕਿਸੇ ਸਟੂਡੈਂਟਸ ਨੇ ਆ ਕੇ ਕਿਹਾ ਵੀ ਆ ਜਿਹੜੀ ਤੁਹਾਡੀ ਬੇਸਮੈਂਟ ਆ ਮੈਂ ਤੁਹਾਨੂੰ ਜ਼ਿਆਦਾ ਪੈਸੇ ਦੇ ਕੇ ਲੈਣੀ ਆ। ਬਿਲਕੁਲ ਐਗਜ਼ੈਕਟਲੀ ਇਹ ਹੋਇਆ ਜਿਨ੍ਹਾਂ ਕੋ ਬੇਸਮੈਂਟ ਸੀਗੀਆਂ, ਜਿਨ੍ਹਾਂ ਨੇ ਜਿਹੜੇ ਰੈਗੂਲਰਲੀ ਉੱਥੇ ਰਹਿੰਦੇ ਸੀਗੇ ਉਹਨਾਂ ਨੂੰ ਬਾਹਰ ਕੱਢ ਕੇ ਸਟੂਡੈਂਟਸ ਅੰਦਰ ਲੈ ਆਂਦੇ ਤੇ ਸਟੂਡੈਂਟਸ ਦੇ ਮੋਹਰੇ ਸ਼ਰਤਾਂ ਰੱਖ ਦਿੱਤੀਆਂ ਤੁਸੀਂ 4 ਜਾਣੇ ਇਸ ਕਮਰੇ 'ਚ ਰਹਿ ਸਕਦੇ ਆ, 500 ਦੇ ਦਿਓ। ਬਿਲਕੁਲ, ਪਰ ਪਰਸਨ ਉਹਨਾਂ ਕੋਲੋਂ ਇਦਾਂ ਪੈਸਾ ਲਿਆ ਜਾ ਰਿਹਾ। ਇਹ ਇੱਕ ਗੱਲ ਨਹੀਂ, ਇਹ ਤਾਂ ਮੈਂ ਆਪਣੇ ਬੈਨੀਫਿਟ ਲਈ 100 ਕਹਾਣੀਆਂ ਸੁਣੀਆਂ ਮੇਰੇ ਆਫਿਸ ਵਿੱਚ ਆਉਂਦੀਆਂ ਆ। ਸੋ ਇਸ ਕਰਕੇ ਆਪਾਂ ਕਿਉਂ ਕਹਿੰਦੇ ਆ ਵੀ ਇਹ ਸਟੂਡੈਂਟਸ ਨੇ ਆ ਕੇ ਆ ਕੰਮ ਕੀਤਾ, ਇੱਥੇ ਵੀ ਰੈਂਟ ਵਧਾਏ ਆ, ਉਹਨਾਂ ਨੇ ਨਹੀਂ ਵਧਾਏ। ਜੇ ਰੈਂਟ ਵਧੇ ਆ ਇਹ ਜਿਹੜੇ ਇੱਥੇ ਰਹਿਣ ਵਾਲੇ ਲੋਕ ਆ ਉਹਨਾਂ ਨੇ ਵਧਾਏ ਆ। ਬਿਲਕੁਲ। ਸੋ ਕਈ ਚੀਜ਼ਾਂ ਅਸੀਂ ਸਟੂਡੈਂਟਸ ਤੇ ਬਲੇਮ ਕਰ ਸਕਦੇ ਆ। ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਉਹ ਇਹ ਨਹੀਂ ਆਉਂਦੇ ਸੋਚ ਕੇ ਵੀ ਅਸੀਂ ਜਿਹੜੇ ਇੱਥੇ ਵਾਲੇ ਬੱਚੇ ਉਹਨਾਂ ਦੀਆਂ ਸੀਟਾਂ ਲੈ ਲਈਏ, ਉਹ ਸੋਚਦੇ ਵੀ ਸਾਡੀ ਲਾਈਫ ਬਣ ਜਾਵੇ। ਹਾਂਜੀ ਬਿਲਕੁਲ। ਉਦਾਂ ਸਾਡੇ ਮਾਪਿਓ ਨੇ ਵੀ ਸੋਚਿਆ ਸੀ ਜੀ, ਉਦਾਂ ਸਾਡੇ ਬਜ਼ੁਰਗਾਂ ਨੇ, ਤੇ ਹੁਣ ਵੀ ਜਿਹੜੇ ਆਉਂਦੇ ਸੋਚ ਕੇ ਆਉਂਦੇ ਆ ਉਹ ਤਾਂ ਆਪਣੀ ਲਾਈਫ ਬਣਾਉਣੀ ਆਉਂਦੇ ਆ। ਪਰ ਇਹ ਜਿਹੜੀ ਸਰਕਾਰ ਜਦੋਂ ਉਹਨਾਂ ਨੂੰ ਵੀਜ਼ੇ ਲੱਗਦੇ ਆ, ਜਦੋਂ ਉਹਨਾਂ ਨੂੰ ਐਂਟਰੀ ਲੈਵਲ ਆਉਣ ਨੂੰ ਦਿੰਦੇ ਆ, ਦੈਟਸ ਵੈਨ ਵੀ ਹੈਵ, ਉਹਨਾਂ ਦੇ ਹੱਥ ਵਿੱਚ ਹੈਗਾ ਆ। ਇਮੀਗ੍ਰੇਸ਼ਨ ਸਿਸਟਮ ਜਿਹੜੀ ਸਾਡੀ ਹੈਗੀ ਆ, ਇਟ ਨੀਡਸ ਟੂ ਬੀ ਰੀਵੈਂਪਡ,
ਇਟ ਨੀਡਸ ਟੂ ਬੀ ਸਟ੍ਰੀਮਲਾਈਨਡ ਐਂਡ ਸਭ ਤੋਂ ਵੱਡੀ ਗੱਲ ਹੈਗੀ ਆ ਜਿਹੜੇ ਅਨਐਥਿਕਲ ਇਮੀਗ੍ਰੇਸ਼ਨ ਕੰਸਲਟੈਂਟਸ ਹੈਗੇ ਆ ਉਹਨਾਂ ਦੇ ਉੱਪਰ ਗਵਰਨਮੈਂਟ ਨੂੰ ਕਾਬੂ ਕਰਨਾ ਪੈਣਾ ਆ ਬਿਕਾਜ਼ ਜਿਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਆਫਿਸ ਵਿੱਚ ਆਉਂਦੀਆਂ ਆ ਇਟਸ ਤੁਹਾਡੇ ਅੱਖਾਂ 'ਚੋਂ ਪਾਣੀ ਆ ਜਾਣਾ ਵੀ ਲੋਕਾਂ ਨੂੰ ਕਿੰਨੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਆ ਸੋ ਬਹੁਤ ਸੌਖਾ ਹੈਗਾ ਕਹਿਣਾ ਵੀ ਸਟੂਡੈਂਟਸ ਨੇ ਆ ਕੇ ਆ ਕਰ ਦਿੱਤਾ ਪਰ ਸਾਨੂੰ ਸੋਚਣਾ ਪੈਣਾ ਆ ਵੀ ਅਸੀਂ ਕੀ ਕੀਤਾ ਐਗਜ਼ੈਕਟਲੀ ਐਂਡ ਸੋ ਇਹ ਮੁੱਦਾ ਇਮੀਗ੍ਰੇਸ਼ਨ ਦਾ ਹੈਗਾ ਤਾਂ ਫੈਡਰਲ ਆ ਪਰ ਕਰਕੇ ਮੈਂ ਫੈਡਰਲ ਜਦੋਂ MP ਸੀਗੀ ਕ੍ਰਿਟਿਕ ਰਹੀ ਸੀਗੀ ਮੇਰੇ ਕੋਲ ਕਾਫੀ ਨੌਲੇਜ ਹੈਗੀ ਆ ਤੇ ਮੈਂ ਤਾਂ ਇਹੀ ਕਹੂੰਗੀ ਸਾਡੇ ਮੁਲਕ ਨੂੰ ਇਮੀਗ੍ਰੈਂਟਸ ਦੀ ਲੋੜ ਹੈਗੀ ਆ ਸੋ ਐਸੇ ਤਰੀਕੇ ਬਣਾਈਏ ਜਿਹਦੇ ਨਾਲ ਉਹ ਆ ਵੀ ਸਕਣ ਤੇ ਉਹਨਾਂ ਨੂੰ ਗੇਮਸ ਨਾ ਪਲੇ ਕਰਨ ਔਰ ਸਪੈਸ਼ਲੀ ਨਾ ਉਹਨਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਹੋਵੇ ਨਾ ਇੱਥੋਂ ਵਾਲਿਆਂ ਨੂੰ ਜਿਹੜੀਆਂ ਸੀਟਾਂ ਜਿਹੜੀਆਂ ਬਣਦੀਆਂ ਉਹ ਉਹਨਾਂ ਨੂੰ ਤੇ ਨਾ ਹੀ ਜਿਹੜੇ ਗੱਬੇ ਬੈਠੇ ਆ ਮੈਨੂੰ ਤਾਂ ਉਹਨਾਂ ਦੇ ਕੰਸਲਟੈਂਟ ਕਹਿਣ ਨੂੰ ਵੀ ਵਾਜੇ ਵੇਲੇ ਕਹਿੰਦਾ ਵੀ ਉਹਨਾਂ ਲਈ ਹੋਰ ਹੀ ਨਾ ਹੋਣਾ ਚਾਹੀਦਾ ਆ ਵੀ ਜਿਹੜੇ ਗਲਤ ਇਸਤੇਮਾਲ ਕਰ ਰਹੇ ਆ ਪੈਸੇ ਬਣਾ ਰਹੇ ਪੈਸੇ ਬਿਲਕੁਲ ਹਾਂਜੀ ਜੀ ਜਿਨੇ ਸਿਮਸ ਜੀ ਥੈਂਕ ਯੂ ਸੋ ਮਚ ਤੁਸੀਂ ਆਪਣਾ ਇੰਨਾ ਸਮਾਂ ਕੱਢ ਕੇ ਸਾਡੇ ਕੋਲ ਆਏ ਔਰ ਕਿਉਂਕਿ ਬਹੁਤ ਸਾਰੇ ਲੋਕਲ ਇਸ਼ੂਜ਼ ਜਿਹੜੇ ਉਹ ਪੈਂਡਿੰਗ ਪਏ ਸੀ ਤੁਹਾਡੇ ਨਾਲ ਅੱਜ ਡਿਸਕਸ ਕੀਤੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਜਿਨੇ ਸਿਮਸ ਜੀ ਅੱਜ ਸਾਡੇ ਨਾਲ ਜੁੜੇ ਹੋਏ ਸੀ ਇੰਤਜ਼ਾਰ ਤਾਂ ਵੈਸੇ ਕਾਫੀ ਦਿਨਾਂ ਤੋਂ ਅਸੀਂ ਕਰ ਰਹੇ ਸੀ ਕਿ ਜਿਨੇ ਜੀ ਸਾਡੇ ਨਾਲ ਲੋਕਲ ਬਹੁਤ ਸਾਰੇ ਇਸ਼ੂ ਹੈ ਜਿਨ੍ਹਾਂ ਤੇ ਗੱਲ ਕਰਨੀ ਹੈ ਸੋ ਗੱਲਾਂ ਹੋਈਆਂ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਤੇ ਬਹੁਤ ਸਾਰੇ ਕਮੈਂਟਸ ਉਹਨਾਂ ਨੇ ਇਦਾਂ ਦੇ ਕੀਤੇ ਨੇ ਜਿਨ੍ਹਾਂ ਦੇ ਉੱਤੇ ਕਈ ਮੁੱਦੇ ਇਦਾਂ ਦੇ ਸੀ ਕਈ ਵਾਰੀ ਜਦੋਂ ਸਾਡੇ ਸਾਹਮਣੇ ਆਉਂਦੇ ਨਹੀਂ ਉਦੋਂ ਤੱਕ ਸਾਨੂੰ ਪਤਾ ਨਹੀਂ ਹੁੰਦਾ ਸੋ ਕਿਹਦਾ ਕੀ ਕੰਮ ਹੈ ਕੀ ਰੋਲ ਹੋ ਸਕਦਾ ਹੈ ਕਿਵੇਂ ਕੰਟਰੋਲ ਹੋ ਸਕਦਾ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਇਸ ਦੇ ਉੱਤੇ ਜਿਹੜੀ ਹੈ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਦਾ ਹੱਲ ਜਿਹੜਾ ਉਹ ਜਲਦੀ ਹੋ ਸਕੇ ਔਰ ਸਪੈਸ਼ਲੀ ਜੋ ਸੂਬਾ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਔਰ ਜੋ ਇਸ ਵੇਲੇ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਦੋਵੇਂ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਕੇ ਜਿਹੜੇ ਇੱਥੋਂ ਦੇ ਮੁੱਦੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਚੁੱਕਿਆ ਜਾਵੇ ਤੇ ਉਹਨਾਂ ਦਾ ਹੱਲ ਕੱਢਣ ਦਾ ਜਿਹੜਾ ਉਹ ਜ਼ਰੂਰ ਕੋਸ਼ਿਸ਼ ਕੀਤੀ ਜਾਏ ਫਿਲਹਾਲ ਦੇ ਲਈ ਇਜਾਜ਼ਤ ਦਿਓ ਜੀ ਤੁਹਾਡੇ ਸਾਰੇ ਦਾ ਦਿਨ ਬਹੁਤ ਵਧੀਆ ਚੜੇ ਹੈਵ ਅ ਗੁੱਡ ਡੇ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ